ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜੇ ਨਹੀਂ ਤੁਹਾਡੀ ਕੋਈ ਬਾਂਹ ਫੜਦਾ ਤੇ ਮਹਾਰਾਜ ਨੇ ਕਿਹਾ ਹਰ ਕੋ ਨਾਮ ਸਦਾ ਸੁਖਦਾਈ। ਫਿਰ ਰੱਬ ਦੇ ਨਾਮ ਦਾ ਆਸਰਾ ਲਿਓ। ਤੇ ਫਿਰ ਮਹਾਰਾਜ ਨੇ ਉਹਨਾਂ ਦੇ ਜਿਹੜੇ ਸੀ ਉਹ ਉਦਾਹਰਨਾਂ ਦਿੱਤੀਆਂ। ਵੀ ਕਿਸ ਤਰ੍ਹਾਂ ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾਹੂ ਗਤ ਪਾਈ। ਲੋਕਾਂ ਨੂੰ ਧਰਵਾਸ ਦੇਣ ਵਾਸਤੇ ਮਹਾਰਾਜ ਨੇ ਉਹਨਾਂ ਦੇ ਧਰਮ ਗ੍ਰੰਥਾਂ ਦੇ ਹਵਾਲੇ ਦਿੱਤੇ ਕਿ ਵੇਖੋ ਜਾਂ ਕੋ ਸਿਮਰ ਅਜਾਮਲ ਉਦਰਿਓ, ਜਿਸ ਰੱਬ ਦੇ ਨਾਮ ਦਾ ਸਦਕਾ ਐਡਾ ਵੱਡਾ ਅਜਾਮਲ ਪਾਪੀ ਤਰ ਗਿਆ। ਗਣਕਾਂ ਹੂੰ ਗਤ ਪਾਈ, ਐਡੀ ਵੱਡੇ ਗਣਕਾਂ ਪਾਪਣ ਦਾ ਉਧਾਰ ਹੋ ਗਿਆ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਜੇ ਪੰਚਾਲੀ ਦੀ ਇੱਜ਼ਤ ਰੱਬ ਦੇ ਨਾਮ ਨੇ ਰੱਬ ਨੇ ਰੱਖੀ ਆ ਤੇ ਤੁਸੀਂ ਕਿਉਂ ਨਹੀਂ ਜੇ ਰੱਬ ਦਾ ਆਸਰਾ ਤੱਕਦੇ। ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾਂ ਹੂੰ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਪਰ ਏਡੀ ਵੱਡੀ ਵਿਪਤਾ ਦੇ ਮੌਕੇ ਤੇ ਰੱਬ ਦਾ ਨਾਮ ਦਾ ਆਸਰਾ ਵੀ ਨਹੀਂ ਲਿਆ ਜਾਂਦਾ। ਜਿੱਦਾਂ ਉਹ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ। ਦੁਖੀ ਬੰਦਾ ਰੱਬ ਦਾ ਨਾਮ ਨਹੀਂ ਲੈਂਦਾ। ਮਨ ਦਾ ਜਿਹੜਾ ਮਾਹੌਲ ਸ਼ਾਂਤਮਈ ਹੋਏ ਤੇ ਫੇਰ ਹੀ ਨਾ ਰੱਬ ਦਾ ਨਾਮ ਹੀ ਜਪਿਆ ਜਾਂਦਾ। ਉਹਦਾ ਨਾਂ ਰੱਬ ਦਾ ਨਾਮ ਕਿੱਥੇ ਜਪਿਆ ਜਾਂਦਾ ਨਾ। ਕਬੀਰ ਨੇ ਤੇ ਆਖਿਆ ਜੇ ਭੂਖੇ ਭਗਤ ਨਾ ਕੀਜੇ, ਭੁੱਖਿਆਂ ਕੋਲ ਤੇ ਭਗਤੀ ਨਹੀਂ ਹੁੰਦੀ ਤੇ ਦੁਖੀ ਬੰਦਾ ਭਗਤੀ ਕਿਵੇਂ ਕਰ ਲੂਗਾ। ਭਗਤੀ ਉਹ ਹੀ ਕਰੂਗਾ ਨਾ ਭੁੱਖਾ ਹੋਵੇ ਤੇ ਨਾ ਕੋਈ ਦੁਖੀਆ ਹੋਵੇ। ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਲੋਕੋ ਜੇ ਨਹੀਂ ਤੁਹਾਨੂੰ ਕੋਈ ਆਸਰਾ ਮਿਲਦਾ ਤੇ ਹਰ ਕੋ ਨਾਮ ਸਦਾ ਸੁਖਦਾਈ। ਤੇ ਰੱਬ ਦਾ ਨਾਮ ਤੇ ਸਦਾ ਹੀ ਸਹਾਈ ਹੁੰਦਾ ਹੈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ। ਜੇ ਨਾਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਇਓ ਸਹਾਈ। ਕਉ ਨਾਨਕ ਮੈਂ ਇਹੀ ਪਰੋਸੇ ਗਹੀ ਆਣ ਸਿਰਨਾਈ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਅਸੀਂ ਵੀ ਉਹਦੀ ਸ਼ਰਨ ਚ ਪਏ ਹੋਏ ਆ। ਨਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਅਸੀਂ ਰਾਮ ਦੀ ਸ਼ਰਨ ਵਿੱਚ ਵਾਂ। ਜੇ ਤੁਸੀਂ ਉਸ ਰਮੇ ਔਰ ਪਰਮੇਸ਼ਰ ਦੀ ਸ਼ਰਨ ਵਿੱਚ ਰਹੋ ਜੇ। ਪਰ ਜਿਹੜਾ ਪੱਥਰ ਪੂਜ ਕੇ ਪੱਥਰ ਹੋ ਚੁੱਕਾ ਹੈ, ਜਿਹੜਾ ਮਿੱਟੀ ਦੀਆਂ ਮੂਰਤੀਆਂ ਪੂਜ ਕੇ ਮਿੱਟੀ ਹੋ ਚੁੱਕਾ ਹੈ, ਹਾਂਜੀ, ਉਹ ਰੱਬ ਦਾ ਕਿਵੇਂ ਆਸਰਾ ਤੱਕ ਲੂਗਾ। ਕਿਵੇਂ ਤੱਕ ਲੂਗਾ ਆਸਰਾ। ਫਿਰ ਜਦੋਂ ਫਿਰ ਧੰਨ ਗੁਰੂ ਤੇਗ ਬਹਾਦਰ ਜੀ ਉਧਰ ਫਿਰ ਪ੍ਰਚਾਰ ਕਰਕੇ ਆਏ, ਲੋਕਾਂ ਨੂੰ ਧਰਵਾਸ਼ ਦਿੱਤਾ। ਪਰ ਲੋਕਾਂ ਨੇ ਕਿੱਥੋਂ ਦਿਲ ਧਰਦੇ ਨੇ ਲੋਕ। ਫਿਰ ਰਾਜੇ ਦੇ ਹੁਕਮ ਅੱਗੇ ਕੌਣ ਅਟਕ ਸਕਦਾ ਹੈ। ਇੱਥੇ ਫਿਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਵਾਪਸ ਆ ਜਾਂਦੇ ਪ੍ਰਚਾਰ ਦੌਰਿਆਂ ਤੋਂ। ਫਿਰ ਇੱਥੇ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੋਏ ਨੇ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਸ਼ਮੀਰ ਤੋਂ ਪੰਡਤ ਚੱਲ ਕੇ ਆਉਂਦੇ ਨੇ। ਇਹਨਾਂ ਨੂੰ ਲੈ ਕੇ ਆਉਂਦਾ ਕਿਰਪਾ ਰਾਮ। ਜਦੋਂ ਹਾਹਾਕਾਰ ਮਚ ਗਈ ਨਾ ਕਸ਼ਮੀਰ ਦੇ ਵਿੱਚ, ਤੇ ਉੱਤੇ ਇੱਕ ਗੁਰੂ ਕਾ ਸਿੱਖ ਰਹਿੰਦਾ ਸੀ, ਭਾਈ ਕਿਰਪਾ ਰਾਮ। ਇਹ ਸਿੱਖ ਸੀ। ਇਹ ਫਿਰ ਸਿੱਖ ਨੇ ਦੱਸਿਆ ਵੀ ਜੇ ਤੁਸੀਂ ਆਪਣਾ ਭਲਾ ਲੋੜਦੇ, ਜੇ ਕੋਈ ਭਲਾ ਲੋੜੇ ਭਲੇ ਆਪਣਾ, ਗੁਰੇ ਆਗੇ ਟਹਿ ਟਹਿ ਪਾਵੋਗੋ। ਗੁਰੂ ਨਾਨਕ ਦੇ ਘਰ ਤੋਂ ਬਿਨਾਂ ਤੁਹਾਡੀ ਕਿਸੇ ਨੇ ਬਾਂਹ ਨਹੀਂ ਜੇ ਫੜਨੀ। ਇਹ ਇੱਕ ਸਿੱਖ ਭਾਈ ਕਿਰਪਾ ਰਾਮ ਨੇ ਜਦੋਂ ਗੁਰੂ ਨਾਨਕ ਸਾਹਿਬ ਕਸ਼ਮੀਰ ਜਾਂਦੇ ਆ ਨਾ, ਉੱਥੇ ਬ੍ਰਹਮਦਾਸ ਮਿਲਦਾ ਹੈ ਤੇ ਬਹੁਤ ਵੱਡਾ ਵਿਦਵਾਨ ਹੈ ਸ਼ਾਸਤਰਾਰ ਕਰਨ ਦੇ ਵਿੱਚ। ਇਹ ਗੁਰੂ ਨਾਨਕ ਸਾਹਿਬ ਦੇ ਨਾਲ ਗੋਸ਼ਟ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਇਹਨੂੰ ਸਮਝਾਉਂਦੇ ਨੇ ਵੀ ਜਿਹੜਾ ਤੂੰ ਗਿਆਨ ਖੋਪਰੀ 'ਚ ਭਰੀ ਫਿਰਦਾ ਵਾ, ਇਹਨੇ ਤੈਨੂੰ ਸ਼ਾਂਤ ਨਹੀਂ ਹੋਣ ਦੇਣਾ।
ਉਹ ਕਹਿੰਦਾ ਮਹਾਰਾਜ ਗਿਆਨ ਦੇ ਨਾਲ ਸ਼ਾਂਤੀ ਨਹੀਂ ਆਉਂਦੀ। ਕਹਿੰਦਾ ਨਾ, ਅੱਖਰਾਂ ਦੇ ਗਿਆਨ ਨਾਲ ਸ਼ਾਂਤੀ ਨਹੀਂ ਆਉਂਦੀ। ਸ਼ਾਂਤੀ ਤੇ ਆਉਂਦੀ ਜਦੋਂ ਅੰਦਰ ਚਿੱਤ ਟਿਕ ਜਾਂਦਾ ਹੈ। ਪੜ ਪੜ ਗੱਡੀ ਲੱਦੀਏ, ਪੜ ਪੜ ਪੜੀਏ ਸਾਥ, ਪੜ ਪੜ ਬੇੜੀ ਪਾਈਏ। ਉੱਥੇ ਫਿਰ ਮਹਾਰਾਜ ਦੇ ਜਦੋਂ ਚਰਨੀ ਢੱਠਾ, ਫਿਰ ਮਹਾਰਾਜ ਨੇ ਆਖਿਆ ਵੀ ਗਿਆਨ ਨੂੰ ਮੁਕਾ ਕੇ ਧਿਆਨ ਵਾਲੇ ਰੱਬ ਦੇ ਵਾਲੇ ਪਾਸੇ ਧਿਆਨ ਲਾ। ਗਿਆਨ ਪੜ੍ਹਨ ਨਾਲ ਕੁਛ ਨਹੀਂ ਹੋਣਾ। ਪੜ ਪੜ ਗੱਡੀ ਲੱਦੀਏ, ਤੂੰ ਗੱਡੀਆਂ ਲੱਦੀ ਫਿਰਦਾ ਜਿਹੜੇ ਗ੍ਰੰਥ ਪੜ੍ਹੇ ਹੋਏ ਨੇ, ਇਹਦੇ ਨਾਲ ਕੀ ਹੋਣਾ ਹੈ। ਤੇ ਫਿਰ ਉੱਥੇ ਮਹਾਰਾਜ ਚਰਨੀ ਢੱਠਾ ਬ੍ਰਹਮਦਾਸ, ਉਹਦਾ ਗਾਂ ਇਹ ਚੇਲਾ ਹੈ ਕਿਰਪਾ ਰਾਮ। ਇਹ ਕਿਰਪਾ ਰਾਮ ਫਿਰ ਇਹਨਾਂ ਬ੍ਰਾਹਮਣਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਤੇਗ ਬਹਾਦਰ ਦੀ ਸ਼ਰਨ ਵਿੱਚ ਆਉਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਜੀ ਪੁੱਛਦੇ ਨੇ, ਕਿਰਪਾ ਰਾਮ ਇਹ ਲੋਕ ਕਿਸ ਤਰ੍ਹਾਂ ਆਏ ਨੇ ਸਾਡੇ ਕੋਲ। ਕਹਿਣ ਲੱਗਾ ਮਹਾਰਾਜ ਫਰਿਆਦ ਲੈ ਕੇ ਆਏ ਨੇ, ਫਰਿਆਦੀ ਨੇ, ਇਹ ਦੁਖੀਏ ਨੇ। ਕਹਿਣ ਲੱਗੇ ਕੀ ਗੱਲ ਹੋ ਗਈ। ਕਹਿਣ ਲੱਗੇ ਕਸ਼ਮੀਰ ਦੇ ਵਿੱਚ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਕੋਈ ਬ੍ਰਾਹਮਣ ਦੇ ਗਲ 'ਚ ਜਨੇਊ ਨਹੀਂ ਰਹਿਣ ਦਿੱਤਾ ਜਾਏਗਾ। ਹਿੰਦੂ ਧਰਮ ਨੂੰ ਖਤਮ ਕੀਤਾ ਜਾਏਗਾ। ਕਈ ਸਾਡੇ ਗਿਆਨੀ ਕਹਿੰਦੇ ਵੀ 1.25 ਮਣ ਜਨੇਊ ਲਾ ਕੇ ਉਹ ਸਵੇਰ ਦੀ ਰੋਟੀ ਖਾਂਦਾ ਸੀ। ਇਹ ਕੋਲੋਂ ਹੀ ਗੱਲਾਂ ਬਣਾ ਬੈਂਦੇ ਨੇ। 1.25 ਮਣ ਜਨੇਊ ਹਿਲਾਉਂਦਾ ਸੀ ਸਵੇਰੇ ਤੇ ਫਿਰ ਉਹ ਰੋਟੀ ਖਾਂਦਾ ਸੀ। 1.25 ਮਣ ਐਵੇਂ ਹੀ ਗੱਲਾਂ ਕੋਲੋਂ ਬਣਾ, ਹਜ਼ਾਰਾਂ ਜਨੇਊ ਲਾ ਕੇ ਰੋਟੀ ਖਾਂਦਾ ਸੀ। ਖੈਰ, ਇਹ ਫਿਰ ਧੰਨ ਗੁਰੂ ਤੇਗ ਬਹਾਦਰ ਜੀ ਪੁੱਛਦੇ ਨੇ, ਕਿਰਪਾ ਰਾਮ ਜੀ ਇਹ ਲੋਕ ਕਿਉਂ ਆਏ ਨੇ। ਕਹਿਣ ਲੱਗੇ ਮਹਾਰਾਜ ਦੁਖੀਏ ਨੇ, ਇਹਨਾਂ ਨੂੰ ਬੜਾ ਭਾਰੀ ਕਸ਼ਟ ਪੈ ਗਿਆ ਹੈ। ਮਹਾਰਾਜ ਕੀ ਪੈ ਗਿਆ ਕਸ਼ਟ। ਕਹਿਣ ਲੱਗੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਫਿਰ ਹੁਣ ਕੀ ਕੀਤਾ ਜਾ ਸਕਦਾ ਹੈ। ਤੇ ਕਹਿਣ ਲੱਗੇ ਮਹਾਰਾਜ ਜੇ ਅਸੀਂ ਕੁਛ ਕਰ ਸਕਦੇ ਹੁੰਦੇ ਤੇ ਐਡੀ ਦੂਰੋਂ ਕਸ਼ਮੀਰ ਤੋਂ ਚੱਲ ਕੇ ਤੁਹਾਡੇ ਕੋਲ ਕਿਉਂ ਆਉਂਦੇ। ਮਹਾਰਾਜ ਤੁਸੀਂ ਹੱਲ ਕੋਈ ਲੱਭੋ। ਹੁਣ ਬਾਦਸ਼ਾਹ ਬੜਾ ਸਖਤ ਹੈ, ਉਹ ਮੰਨਦਾ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਦੁਨੀਆ ਦੀ ਸਾਰੀ ਸਿਆਣਪ ਜਿੱਥੇ ਬੈਠੀ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹਦਾ ਭਾਈ ਰਾਜ ਹੈ, ਉਹਦਾ ਹੁਕਮ ਚ ਲਾਗੂ ਤੇ ਹੋਣਾ ਹੀ ਹੋਣਾ। ਮਹਾਰਾਜ ਕਹਿੰਦੇ ਕੋਈ ਹੁਣ ਇਸ ਸਮੇਂ ਜੇ ਇੱਕ ਕੋਈ ਮਹਾਂਪੁਰਖ, ਕੋਈ ਸੰਤ ਬਲੀ ਸੀਸ ਦੇਵੇ ਆਪਣਾ, ਉਹ ਤੁਹਾਨੂੰ ਵੱਢ ਰਿਹਾ ਨਾ ਤੁਹਾਡੇ ਸੀਸ, ਤੇ ਤੁਹਾਡੇ ਸੀਸਾਂ ਦੀ ਕੋਈ ਕੀਮਤ ਨਹੀਂ ਹੈ। ਕੋਈ ਮਹਾਂਪੁਰਖ ਦਾ ਕਤਲ ਹੋਵੇ, ਕੋਈ ਮਹਾਂਪੁਰਖ ਸੀਸ ਦੇਵੇ ਤੇ ਤਾਂ ਤੁਹਾਡਾ ਇਹ ਜਨੇਊ ਬਚ ਸਕਦਾ ਹੈ। ਕਹਿਣ ਲੱਗੇ ਮਹਾਰਾਜ ਸਾਡੇ 'ਚ ਇੰਨੀ ਹੁਣ ਪਾਵਰ ਕਿੱਥੇ ਹੈ। ਮਹਾਰਾਜ ਜੀ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੋਈ ਹੈ ਤੇ ਤੁਸੀਂ ਸਾਡਾ ਮਸਲਾ ਹੱਲ ਕਰੋ। ਫਿਰ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਠੀਕ ਆ ਭਾਈ, ਅਸੀਂ ਦਿੱਲੀ ਜਾਂਦੇ ਹਾਂ ਤੇ ਬਾਦਸ਼ਾਹ ਨੂੰ ਜਾ ਕੇ ਫਿਰ ਮਿਲਦੇ ਹਾਂ, ਫਿਰ ਹੱਲ ਹੋ ਜਾਊਗਾ ਤੁਹਾਡਾ ਕੋਈ ਮਸਲਾ। ਇਹ ਫਿਰ ਦੁਖੀਏ ਪੇਪਰ ਚੱਲ ਕੇ ਦਿੱਲੀ ਜਾਂਦੇ ਨੇ ਤੇ ਦਿੱਲੀ ਦੇ ਬਾਦਸ਼ਾਹ ਨੂੰ ਕਹਿੰਦੇ ਨੇ ਵੀ ਜੇ ਧੰਨ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤੇ ਅਸੀਂ ਬਾਕੀ ਸਾਰੇ ਹਿੰਦੂ ਸਾਰੇ ਮੁਸਲਮਾਨ ਬਣ ਜਾਵਾਂਗੇ। ਬਾਦਸ਼ਾਹ ਨੇ ਕਿਹਾ ਠੀਕ ਹੈ, ਜੇ ਇੱਕ ਬੰਦੇ ਦੇ ਮੁਸਲਮਾਨ ਬਣਨ ਨਾਲ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਤੇ ਅਸੀਂ ਧੰਨ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈਂਦੇ ਹਾਂ। ਪਰ ਉਸ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਵੀ ਇਹ ਗੱਦੀ ਗੁਰੂ ਨਾਨਕ ਦੀ ਹੈ, ਇਸ ਦੇ ਅੱਗੇ ਮੇਰੇ ਵੱਡੇ ਵਡੇਰੇ ਬਾਬਰ ਵਰਗੇ ਝੁਕਦੇ ਰਹੇ ਨੇ। ਉਸ ਨੂੰ ਪਤਾ ਨਹੀਂ ਸੀ ਕਿ ਸਾਡੇ ਵੱਡੇ ਵਡੇਰੇ ਹਾਰਾਂ ਖਾ ਕੇ ਇਸ ਘਰ ਤੋਂ ਜਾਂਦੇ ਰਹੇ ਨੇ। ਸ਼ਾਹਜਹਾਨ ਵਰਗੇ ਤੇ ਬਾਬਰ ਵਰਗੇ ਇੱਥੇ ਨਮਸਕਾਰਾਂ ਕਰਦੇ ਰਹੇ ਨੇ। ਹਾਂਜੀ, ਤੇ ਅਕਬਰ ਵਰਗੇ ਇੱਥੇ ਨੰਗੇ ਪੈਰ ਚੱਲ ਕੇ ਆਉਂਦੇ ਰਹੇ ਨੇ ਇਸ ਦਰਬਾਰ ਦੇ ਅੰਦਰ। ਉਸ ਨੂੰ ਪਤਾ ਨਹੀਂ ਸੀ, ਪਤਾ ਸੀ ਸਾਰਾ। ਪਰ ਜਦੋਂ ਬੰਦਾ ਮੁਤਸਬੀ ਹੋ ਜਾਂਦਾ ਹੈ ਉਦੋਂ ਫਿਰ ਉਹਨੂੰ ਅੱਗਾ ਪਿੱਛਾ ਦਿਖਦਾ ਨਹੀਂ ਹੈ।
ਉਹਦੀ ਇੱਕ ਧੀ ਸੀ, ਉਹਨੇ ਫਿਰ ਇਹਨੂੰ ਇੱਕ ਕਵਿਤਾ ਲਿਖੀ ਹੈ ਬਾਦਸ਼ਾਹ ਔਰੰਗਜ਼ੇਬ ਨੂੰ। ਉਹ ਕਹਿੰਦੀ ਜਦ ਤਖਤ ਤੇ ਬੈਠਾ ਕੀ ਅਦਲ ਕਮਾਇਆ, ਜਾਦਾ ਤੈਂ ਤਖਤ ਤੇ ਬੈਠਾ ਕਿਆ ਅਦਲ ਕਮਾਇਆ। ਤੂੰ ਮੇਰਾ ਪਿਤਾ ਵਾਂ। ਉਹਦੀ ਧੀ ਉਸ ਨੂੰ ਇੱਕ ਕਵਿਤਾ ਲਿਖ ਕੇ ਦਿੰਦੀ ਆ ਕਿ ਜਦ ਤਖਤ ਤੇ ਬੈਠਾ ਕੀ ਅਦਲ ਕਮਾਇਆ। ਰਾਜੇ ਦਾ ਧਰਮ ਹੁੰਦਾ ਹੈ। ਰਾਜੇ ਦਾ ਧਰਮ ਨਹੀਂ ਹੁੰਦਾ ਕਿ ਦੂਜੇ ਧਰਮਾਂ ਨੂੰ ਖਤਮ ਕਰਕੇ ਆਪਣੇ ਧਰਮ ਵਿੱਚ ਵਾੜ ਦਿੱਤਾ ਜਾਵੇ। ਨਹੀਂ ਨਹੀਂ, ਰਾਜੇ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ, ਉਹ ਸਾਰਿਆਂ ਧਰਮਾਂ ਦਾ ਸਾਂਝਾ ਹੁੰਦਾ। ਤੇ ਜੇ ਰਾਜਾ ਆਪਣੇ ਧਰਮ ਦਾ ਪ੍ਰਚਾਰ ਕਰੇ, ਦੂਸਰੇ ਧਰਮ ਨੂੰ ਖਤਮ ਕਰੇ, ਤੇ ਉਹ ਰਾਜ ਬਹੁਤਾ ਚਿਰ ਨਹੀਂ ਚੱਲਦਾ। ਜਾਦਾ ਤੇ ਤਖਤ ਤੇ ਬੈਠਾ ਕੀ ਅਦਲ ਕਮਾਇਆ, ਸ਼ਾਹਜਹਾਨ ਨੂੰ ਕੈਦ ਕਰ ਦਾਰਾ ਮਰਵਾਇਆ। ਤੂੰ ਸ਼ਾਹਜਹਾਨ ਨੂੰ ਵੀ ਕੈਦ ਕਰ ਲਿਆ, ਆਪਣੇ ਪਿਤਾ ਨੂੰ ਤੂੰ ਕੈਦ ਕਰ ਲਿਆ, ਤੇ ਆਪਣੇ ਭਰਾ ਨੂੰ ਤੂੰ ਮਾਰ ਛੱਡਿਆ ਹੋਇਆ ਹੈ। ਤੇਗ ਬਹਾਦਰ ਨਾਲ ਤੈਂ ਧਰੋਹ ਕਮਾਇਆ। ਕਹਿਣ ਲੱਗੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਵੀ ਤੂੰ ਵੈਰ ਕਮਾ ਲਿਆ। ਜਿਸ ਘਰ ਨੂੰ ਮੱਥਾ ਟੇਕਣਾ ਸੀ, ਤੂੰ ਉਸ ਘਰ ਦੇ ਨਾਲ ਮੱਥਾ ਲਾ ਲਿਆ। ਅੱਜ ਕੱਲ੍ਹ ਦੇ ਜਿਹੜੇ ਸਾਡੇ ਬਾਬੇ ਵੀ ਆ ਨਾ, ਇਹ ਵੀ ਮੱਥਾ ਟੇਕਣ ਨਹੀਂ ਆਉਂਦੇ, ਮੱਥਾ ਵਿਖਾਉਣ ਆਉਂਦੇ ਨੇ, ਨਾਲ ਬੰਦੂਕਾਂ 5-7 ਫੇਰ ਮੱਥਾ ਟੇਕਦੇ। ਉਹਨਾਂ ਚਿਰ ਮੱਥਾ ਨਹੀਂ ਟੇਕਣ ਆਉਂਦੇ। 15-15 ਬੰਦੂਕਾਂ ਤੇ ਹੀ ਮੱਥਾ ਟੇਕਣ ਚੱਲੇ ਦਰਬਾਰ ਸਾਹਿਬ। ਇਹ ਬੰਦੂਕਾਂ ਜਾਂਦੇ ਲੋਕਾਂ ਨੂੰ ਬੰਦੂਕਾਂ ਵਿਖਾਉਣ ਨੇ ਵੀ ਸਾਡੇ ਕੋਲ ਬੰਦੂਕਾਂ ਵੀ ਹੈਗੀਆਂ, ਤੇ ਬਾਹਰੋਂ ਕਹਿਣਗੇ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਆ। ਉਹ ਕਹਿੰਦੀ ਜਰ ਦੇ ਤਖਤ ਤੇ ਤੈਂ ਬੈਠਾ ਕਿਆ ਅਦਲ ਕਮਾਇਆ, ਦਾਰਾ ਸ਼ਾਹਜਹਾਨ ਨੂੰ ਕੈਦ ਕਰ ਦਾਰਾ ਮਰਵਾਇਆ। ਧੰਨ ਤੇਗ ਬਹਾਦਰ ਦੇ ਨਾਲ ਤੈਂ ਧਰੋਹ ਕਮਾਇਆ। ਤੂੰ ਵੱਡੇ ਵੱਡੇ ਬਾਦਸ਼ਾਹ ਨੂੰ ਮਾਰ ਦਿੱਤਾ ਹੈ, ਵੱਡੇ ਵੱਡੇ ਫਕੀਰਾਂ ਨੂੰ ਤੂੰ ਕਤਲ ਕਰ ਦਿੱਤਾ। ਤੇ ਗੱਲ ਯਾਦ ਰੱਖੀ, ਇਹ ਕੁਦਰਤ ਦਾ ਅਸੂਲ ਵਾ। ਜਿਹਾ ਕੋਈ ਬੀਜ ਇਸ ਧਰਤੀ ਤੇ ਬੀਜਦਾ, ਉਸ ਤਰ੍ਹਾਂ ਦਾ ਉਹਨੂੰ ਫਲ ਵੱਢਣਾ ਪੈਂਦਾ ਹੈ। ਬੀਜਿਆ ਬੀਓ ਬਿਖ ਦਾ ਫਲ ਖਾਣਾ ਆਇਆ। ਤੂੰ ਜ਼ਹਿਰ ਬੀਜ ਚੁੱਕਾ ਜ਼ਿੰਦਗੀ ਵਿੱਚ। ਜਿੱਦਾਂ ਨਹੀਂ ਉਹ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ, ਤੇ ਬੀਜੇ ਬਿਖ ਮੰਗੇ ਅੰਮ੍ਰਿਤ। ਮਰ ਕਹਿੰਦੇ ਕਰਦਾ ਤੂੰ ਬੁਰੇ ਕੰਮ ਹੈ, ਤੇ ਜ਼ਿੰਦਗੀ ਤਾਂ ਸੁੱਖ ਲੋੜਦਾ ਹੈ, ਤੇ ਹੋਣਾ ਹੀ ਨਹੀਂ ਹੈ। ਬੀਜਦਾ ਤੂੰ ਜ਼ਹਿਰ ਮਾਓ। ਫਰੀਦ ਨੇ ਨਹੀਂ ਕਿਹਾ ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉੱਨ ਕਤਾਇਂਦਾ। ਤੂੰ ਭੇਡਾਂ ਦੀ ਉੱਨ ਪਿਆ ਕੱਤਦਾ ਹੈ, ਤੇ ਪੈਂਦਾ ਲੋੜੇ ਪੱਟ। ਭੇਡਾਂ ਦੀ ਉੱਨ ਵਿੱਚੋਂ ਕਦੀ ਰੇਸ਼ਮ ਨਹੀਂ ਜੇ ਮਿਲਦਾ। ਭਾਵੇਂ ਆਮ ਬੰਦਾ ਤੇ ਭਾਵੇਂ ਰਾਜਾ ਹੈ, ਜੇ ਉਹ ਪਾਪ ਕਰਦਾ ਤੇ ਉਹ ਪਾਪ ਦਾ ਫਲ ਉਹਨੂੰ ਮਿਲਣਾ ਹੀ ਮਿਲਣਾ ਹੈ। ਬੀਜਿਆ ਬੀਓ ਬਿਖ ਦਾ ਫਲ ਖਾਣਾ ਆਇਆ। ਤੂੰ ਇਹੋ ਜਿਹੇ ਕਰਮ ਕਰ ਚੁੱਕਾ ਹੈ ਕਿ ਤੇਰਾ ਹੁਣ ਰਾਜ ਬਹੁਤਾ ਸਮਾਂ ਨਹੀਂ ਰਹਿਣਾ। ਰਾਜ ਉਹਨਾਂ ਰਾਜਿਆਂ ਦੇ ਕਾਇਮ ਰਹਿੰਦੇ ਨੇ ਜਿਹਦੇ ਵਿੱਚ ਪ੍ਰਜਾ ਦੀ ਸਾਰ ਹੁੰਦੀ ਆ। ਸਾਡਾ ਰਾਜ ਕਿਉਂ ਨਹੀਂ ਰਿਹਾ? ਹੈ ਸਾਡਾ ਰਾਜ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ, ਤੇ ਜੇ ਏਡਾ ਮਹਾਨ ਰਾਜ ਸੀ ਤੇ ਉਹ ਰਾਜ ਰਿਹਾ ਕਿਉਂ ਨਹੀਂ? ਫਿਰ ਰਾਜ ਤੇ ਪ੍ਰਜਾ ਦੇ ਸਿਰ ਤੇ ਅਸੀਂ ਕਰਨਾ ਹੈ ਨਾ। ਤੇ ਜਦੋਂ ਹਰ ਵਰਗ ਨੂੰ ਅਸੀਂ ਕੁੱਟਣਾ, ਤੇ ਫਿਰ ਉਹ ਕੁੱਟ ਕਿੰਨਾ ਕੁ ਚਿਰ ਲੋਕੀ ਸਹਾਰਨਗੇ? ਡੰਡੇ ਫੜੇ ਕਸ਼ਮੀਰ ਜਾ ਕੇ ਲੋਕਾਂ ਨੂੰ ਕੁੱਟ ਆਏ, ਡੰਡੇ ਫੜੇ ਉਹ ਜਮਰੌਦ ਦੇ ਕਿਲ੍ਹੇ 'ਚ ਲੋਕਾਂ ਨੂੰ ਜਾ ਕੇ ਕੁੱਟ ਆਏ। ਇਹ ਡੰਡਿਆਂ ਵਾਲਾ ਰਾਜ ਕਿੰਨਾ ਕੁ ਚਿਰ ਰਹਿਣਾ ਸੀ? ਇਹ ਸਿੱਖਾਂ ਦਾ ਰਾਜ ਨਹੀਂ। ਉਹਦੀ ਧੀ ਨੇ ਆਖਿਆ ਵੀ ਤੂੰ ਜ਼ੁਲਮ ਕਰ ਰਿਹਾ ਪ੍ਰਜਾ ਉੱਤੇ, ਤੂੰ ਵੱਡੇ ਵੱਡੇ ਦਰਵੇਸ਼ਾਂ ਦਾ ਕਤਲ ਕਰ ਰਿਹਾ, ਤੂੰ ਆਪਣੇ ਪਿਤਾ ਨੂੰ ਕੈਦ ਕੀਤਾ, ਤੂੰ ਆਪਣਾ ਭਰਾ ਨੂੰ ਮਾਰ ਦਿੱਤਾ ਹੈ। ਤੇ ਖਿਆਲ ਰੱਖੀ ਬੀਜਿਆ ਬੀਜ ਬਿਖ ਦਾ ਫਲ ਖਾਣਾ ਆਇਆ। ਇਹ ਤੈਨੂੰ ਹੁਣ ਫਲ ਖਾਣਾ ਹੀ ਪੈਣਾ। ਤੂੰ ਜ਼ਹਿਰ ਬੀਜ ਚੁੱਕਾ ਤੇ ਤੇਰਾ ਰਾਜ ਹੁਣ ਬਹੁਤਾ ਚਿਰ ਨਹੀਂ ਜੇ ਰਹਿਣਾ। ਖੈਰ ਇਹ ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ
ਜਦੋਂ ਕਸ਼ਮੀਰ ਤੋਂ ਇੱਥੇ ਪੰਡਤ ਦੁਖੀ ਆਉਂਦੇ ਨੇ, ਕਹਿਣ ਲੱਗੇ ਮਹਾਰਾਜ ਨਹੀਂ, ਸਾਡੇ ਵੱਸ ਦੀ ਗੱਲ ਨਹੀਂ ਹੈ। ਫਿਰ ਉੱਥੇ ਸਤਿਗੁਰਾਂ ਆਖਿਆ, ਪੰਡਤੋ ਤੁਸੀਂ ਘਰ ਜਾਓ, ਜੇ ਨਹੀਂ ਕੁਛ ਕਰ ਸਕਦੇ ਫਿਰ ਜਾਓ ਘਰਾਂ ਨੂੰ, ਕਿਉਂਕਿ ਸਿਰ ਉਹੀ ਦੇ ਸਕਦਾ ਹੈ ਜਿਹਦੇ ਅੰਦਰ ਕੋਈ ਰੱਬ ਦਾ ਕੋਈ ਸੱਚ ਹੋਵੇ। ਜਿਹੜਾ ਪਰਿਵਾਰ ਨਾਲ ਜੁੜਿਆ, ਜਿਹੜਾ ਸੰਸਾਰ ਨਾਲ ਜੁੜਿਆ ਹੈ, ਉਹ ਸਿਰ ਕਿਵੇਂ ਦੇ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਨੇ ਜੇ ਕਿਹਾ ਨਾ, ਜਗ ਰਚਨਾ ਸਭ ਝੂਠ ਹੈ, ਤੇ ਜੇ ਜਗ ਰਚਨਾ ਸਾਰੀ ਝੂਠ ਆ ਤੇ ਇਹ ਸਰੀਰ ਵੀ ਝੂਠ ਵਾ। ਫਿਰ ਜੀਵਤ ਕੋ ਬਿਹਾਰ ਹੈ, ਜਗ ਕੋ ਤੁਮ ਜਾਨੋ। ਕਿਹਾ ਨਹੀਂ ਧੰਨ ਗੁਰੂ ਤੇਗ ਬਹਾਦਰ ਨੇ, ਜਗ ਰਚਨਾ ਸਭ ਝੂਠ ਹੈ। ਜੇ ਸਾਰੀ ਰਚਨਾ ਹੀ ਝੂਠ ਹੈ ਤੇ ਉਸ ਝੂਠ ਦੇ ਵਿੱਚ ਮੇਰਾ ਸਰੀਰ ਵੀ ਆ ਜਾਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਨੇ ਇਹ ਫਿਰ ਸਾਬਤ ਕਰ ਦਿੱਤਾ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ। ਕਹਿਣ ਲੱਗੇ ਆਨੰਦਪੁਰ ਰਹਿੰਦਿਆਂ ਵੀ ਠੀਕਰਾ ਭੱਜ ਜਾਣਾ ਹੈ। ਸਰੀਰ ਨੂੰ ਠੀਕਰਾ ਮੰਨਿਆ ਜਾਂਦਾ ਹੈ, ਕਾਚਾ ਭਾਂਡਾ ਮੰਨਿਆ ਜਾਂਦਾ ਹੈ। ਕਹਿੰਦੇ ਆਨੰਦਪੁਰ ਰਹਿੰਦਿਆਂ ਹੋਇਆਂ ਵੀ ਇਹ ਠੀਕਰਾ ਭੱਜ ਜਾਣਾ, ਤੇ ਕਿਉਂ ਨਾ ਇਸ ਕੋ ਕੰਮ ਲੈਂਦਿਆਂ ਹੋਇਆਂ ਇਹ ਦਿੱਲੀ ਦੇ ਸਿਰ ਤੇ ਜਾ ਕੇ ਠੀਕਰਾ ਭੰਨੀਏ। ਠੀਕਰ ਫੋਰ ਦਲੀਸ ਪਰ ਪ੍ਰਭੁਰ ਕੀਆ ਪਿਆਨ। ਸਤਿਗੁਰੂ ਕਹਿਣ ਲੱਗੇ, ਪੰਡਤੋ ਤੁਸੀਂ ਘਰ ਜਾਓ, ਨਹੀਂ ਕੁਛ ਕਰ ਸਕਦੇ। ਜੇ ਤੁਹਾਨੂੰ ਮੋਹ ਮਮਤਾ ਬਹੁਤੀ ਹੈ ਪਰਿਵਾਰਾਂ ਦੀ, ਫਿਰ ਜਾ ਕੇ ਬੈਠੋ ਪਰਿਵਾਰਾਂ ਵਿੱਚ ਤੁਸੀਂ। ਇਹ ਤਾਂ ਜਿਹੜਾ ਪਰਿਵਾਰ ਤੋਂ ਮੁਕਤ ਹੋ ਚੁੱਕਾ ਹੈ, ਜਿਹੜਾ ਸੰਸਾਰ ਤੋਂ ਮੁਕਤ ਹੋ ਚੁੱਕਾ, ਉਹ ਧਰਮ ਵਾਸਤੇ ਕੋਈ ਸੀਸ ਦੇਵੇਗਾ ਕਿ ਮੋਹ ਮਮਤਾ 'ਚ ਫਸਿਆ ਬੰਦਾ ਵੀ ਸੀਸ ਦੇ ਸਕਦਾ ਹੈ? ਜਿਹੜਾ ਆਪਣੇ ਪਰਿਵਾਰ ਨਾਲ ਜੁੜਿਆ ਉਹ ਕਿਵੇਂ ਸਰੀਰ ਦੀ ਸੀਸ ਦੇ ਦੇਊਗਾ? ਭਗਤ ਕਰੇ ਮਰ ਜੀਵੜੇ। ਭਗਤੀ ਵੀ ਉਹ ਕਰ ਸਕਦੇ ਨੇ ਜਿਹੜੇ ਮਰ ਜੀਵੜੇ ਨੇ, ਮੋਹ 'ਚ ਫਸੇ ਹੋ ਕਿਵੇਂ ਬੰਦੇ ਭਗਤੀ ਕਰ ਸਕਦੇ ਨੇ? ਆ ਪਿਛਲੇ ਸਮੇਂ ਦੌਰਾਨ ਜਦੋਂ ਕਰੋਨਾ 'ਚ ਉੱਥੇ ਹਜੂਰ ਸਾਹਿਬ ਥੋੜਾ ਚਿਰ ਲੋਕਾਂ ਨੂੰ ਰਹਿਣਾ ਪੈ ਗਿਆ ਸੀ, ਤੇ ਗੁਰਦੁਆਰੇ ਬੈਠੇ ਰੋਣ ਦੇ, ਪਿੱਟਣ ਦੇ, ਚੀਕਾਂ ਮਾਰਨ ਦੇ, ਸਾਨੂੰ ਕੱਢ ਲਓ ਗੁਰਦੁਆਰੇ, ਇਹ ਕੈਦ ਹੋ ਗਈ, ਹੁਣ ਪਤਾ ਨਹੀਂ ਪੋਤਿਆਂ ਨੂੰ ਮਿਲਿਆ ਜਾਣਾ ਕਿ ਨਹੀਂ। ਬੁੱਢੇ ਬਹੁਤਾ ਖਿਆਲ ਕਰਦੇ ਨੇ ਪੋਤਿਆਂ ਦਾ, ਤੇ ਗੁਰਦੁਆਰੇ ਬੈਠੇ ਨੇ, ਦੇਸੀ ਘਿਓ ਮਿਲਦੇ ਆ ਖਾਣ ਨੂੰ, ਪੱਕੀਆਂ ਪਕਾਈਆਂ ਰੋਟੀਆਂ ਮਿਲਦੀਆਂ ਹਜੂਰ ਸਾਹਿਬ, ਫੇਰ ਵੀ ਰੋਣਦੇ ਨੇ ਵੀ ਸਾਨੂੰ ਕੱਢ ਲਓ, ਕਰੋਨਾ ਦੇ ਕਰਕੇ ਅਸੀਂ ਫਸ ਗਏ ਹਾਂ ਇੱਥੇ। ਜਿਨ੍ਹਾਂ ਵਾਸਤੇ ਗੁਰਦੁਆਰਾ ਇੱਕ ਕੈਦ ਵਾ, ਇੱਥੇ ਦਿਲ ਨਹੀਂ ਲੱਗਦਾ, ਦਿਲ ਤੇ ਲੱਗਦਾ ਪੋਤਰਿਆਂ 'ਚ ਬਹਿ ਕੇ। ਤੇ ਉਹ ਕਿਵੇਂ ਸੀਸ ਦੇ ਦੇਗਾ? ਜਿਹੜਾ ਪੋਤਰਿਆਂ ਤੋਂ ਬਿਨਾਂ ਜੀ ਨਹੀਂ ਸਕਦਾ ਦਾਦਾ, ਉਹ ਸੀਸ ਕਿਵੇਂ ਦੇ ਦੇਗਾ ਜਾ ਕੇ ਉੱਥੇ ਚਾਂਦਨੀ ਚੌਂਕ 'ਚ? ਸਤਿਗੁਰ ਆਖਿਆ, ਪੰਡਤ ਤੁਸੀਂ ਘਰ ਜਾਓ, ਜੇ ਤੁਸੀਂ ਨਹੀਂ ਮੋਹ ਮਮਤਾ ਤੋਂ ਬਚ ਸਕਦੇ ਫਿਰ ਜਾਓ ਘਰਾਂ ਨੂੰ। ਸੀਸ ਦੇ ਕੇ ਧਰਮ ਬਚਾਊਂਗਾ ਮੈਂ, ਤਾਂ ਬਚਣਾ ਜੇ ਸੀਸ ਦੇਵਾਂਗੇ। ਸੀਸ ਤੁਸੀਂ ਦੇ ਨਹੀਂ ਸਕਦੇ, ਫਿਰ ਅਸੀਂ ਸੀਸ ਦੇਵਾਂਗੇ। ਇੱਕ ਹੋਰ ਗੱਲ ਹੈ ਵੀ ਜਦੋਂ ਕਿਸੇ ਮਹਾਂਪੁਰਖ ਦਾ ਕਿਸੇ ਰਾਜੇ ਦੇ ਰਾਜ ਵਿੱਚ ਕਤਲ ਹੋ ਜੇ ਨਾ, ਉਹਦੇ ਪੁੰਨ ਸੜ ਜਾਂਦੇ ਨੇ, ਕਿਉਂਕਿ ਰਾਜ ਜਿਹੜਾ ਵਾ ਇਹ ਮਹਾਂਪੁਰਖਾਂ ਦੀ ਅਸ਼ੀਰਵਾਦ ਦੇ ਨਾਲ ਮਿਲਦਾ ਹੈ। ਕੋਈ ਸੰਤਾਂ ਦੀ ਸੇਵਾ ਕਰੇ, ਰਾਮਰੀ ਵਰਗੇ, ਹੁਣ ਸੰਤ ਵੀ ਰਾਮਰੀ ਵਰਗੇ ਹੋ ਗਏ, ਸਿਆਪਾ ਹੁਣ ਸੇਵਾ ਕਰੇ ਕਿਹਦੀ? ਬਾਹਰ ਕਹਿੰਦੇ ਸੰਤਾਂ ਦੀ ਸੇਵਾ ਕਰੋ ਤੇ ਰਾਜ ਮਿਲਦਾ, ਤੇ ਸੰਤ ਤੇ ਹੁਣ ਆਸਾ ਰਾਮ ਵਰਗੇ ਜੇਲ੍ਹ 'ਚ ਚਲ ਗਏ ਨੇ, ਹੁਣ ਸੇਵਾ ਕਿਹਦੀ ਕਰੀਏ? ਰਾਮਰੀ ਵਰਗੇ ਹੁਣ ਜੇਲ੍ਹ 'ਚ ਬੈਠੇ ਨੇ, ਸੇਵਾ ਹੁਣ ਕਿਹਦੀ ਕਰੀਏ? ਇਹ ਜਿਹੜਾ ਰਾਜ ਵਾ ਨਾ, ਮਹਾਰਾਜ ਕਹਿੰਦੇ ਆ ਵੀ ਇਹ ਦਾਨ ਕਰਨ ਵਾਲੇ ਨੂੰ ਮਿਲਦਾ, ਤੇ ਜਾਂ ਫਿਰ ਸੰਤਾਂ ਦੀ ਸੇਵਾ ਕਰਨ ਵਾਲੇ ਨੂੰ। ਦਾਨੰ ਪਰਾਪੂਰ ਬੀਨ ਪਹਚੰਤੇ ਮਹੀਪਤੇ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜਿਹੜੇ ਮਾਲ ਵਿੱਚ ਰਾਜ ਦਿੱਤੇ ਨੇ ਨਾ, ਉਹ ਉਹਨਾਂ ਸਿੱਖਾਂ ਨੂੰ ਦਿੱਤੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਆ। ਧੰਨ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸ਼ਮੀਰ ਨੂੰ ਆਖਿਆ ਸੀ, ਘੋੜੇ ਤੇ ਚੜ੍ਹ ਕੇ ਨਾ, ਤੇ ਜਿੱਥੋਂ ਤੱਕ ਘੋੜਾ ਫੇਰ ਲਏਗਾ ਉੱਥੋਂ ਤੱਕ ਤੇਰਾ ਰਾਜ ਹੋ ਜਾਊਗਾ। ਤੇ ਜਦੋਂ ਘਰ ਗਿਆ ਨਾ ਘੋੜਾ ਲੈਣ ਵਾਸਤੇ, ਤੇ ਘਰ 'ਚ ਮਾਮਾ ਆਇਆ ਸੀ, ਬੜੀ ਲੰਮੀ ਕਹਾਣੀ, ਮੈਂ ਉਹ ਨਹੀਂ ਸੁਣਾਉਣਾ ਚਾਹੁੰਦਾ।
ਮਾਮੇ ਨੇ ਆਖਿਆ, ਜਿਸ ਗੁਰੂ ਦਾ ਆਪਣਾ ਕੁਛ ਨਹੀਂ ਰਿਹਾ ਤੈਨੂੰ ਰਾਜ ਕਿੱਥੋਂ ਦੇ ਦੂਗਾ। ਉਹਦੇ 4 ਪੁੱਤਰ ਸੀ, ਇੱਕ ਵੀ ਨਹੀਂ ਰਿਹਾ, ਆਨੰਦਪੁਰ ਨਹੀਂ ਰਿਹਾ। ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਨਹੀਂ ਬਚਾ ਸਕਿਆ, ਆਨੰਦਪੁਰ ਨੂੰ ਨਹੀਂ ਬਚਾ ਸਕਿਆ, ਉਹ ਰਾਜ ਤੈਨੂੰ ਕਿਵੇਂ ਦੇ ਦੇਊਗਾ। ਮਾਮੇ ਦੇ ਕਹਿਣ ਤੇ ਭਾਈ ਸ਼ਮੀਰ ਨੇ ਘੋੜਾ ਪਿੰਡ ਦੇ ਆਲੇ ਦੁਆਲੇ ਫੇਰ ਰਿਹਾ। 10ਵੇਂ ਪਾਤਸ਼ਾਹ ਨੇ ਆਖਿਆ, ਜਾ ਤੈਨੂੰ ਤੇ ਬਹੁਤ ਵੱਡਾ ਰਾਜ ਦੇਣਾ ਸੀ ਤੇ ਤੂੰ ਤੇ ਪਿੰਡ ਦੇ ਆਲੇ ਦੁਆਲੇ ਘੁੰਮ ਕੇ ਆ ਗਿਆ। ਇਹ ਬਾਦਸ਼ਾਹੀਆਂ ਗੁਰੂਆਂ ਪੀਰਾਂ ਦੀਆਂ ਬਖਸ਼ਾਂ ਹੁੰਦੀਆਂ ਨੇ, ਜਿਹੜੇ ਰਾਜ ਹੁੰਦੇ ਨੇ। ਉਹ ਫਿਰ 10ਵੇਂ ਪਾਤਸ਼ਾਹ ਨੇ ਆਖਿਆ ਵੀ ਤੂੰ ਇੱਕ ਮਾਮੇ ਦੇ ਆਖੇ ਲਾ ਕੇ ਤੂੰ ਆਪਣਾ ਰਾਜ ਗਵਾ ਲਿਆ। ਖੈਰ ਰੱਬ ਖੈਰ ਕਰੇ। ਮੈਂ ਕਹਿੰਦਾ ਵੀ ਜਦੋਂ ਕਿਸੇ ਮਹਾਂਪੁਰਖ ਦਾ ਕਿਸੇ ਰਾਜੇ ਰਾਹੀਂ ਕਤਲ ਹੋ ਜਾਂਦਾ ਹੈ, ਫਿਰ ਉਹਦਾ ਰਾਜ ਨਸ਼ਟ ਹੋ ਜਾਂਦਾ ਹੈ, ਕਿਉਂਕਿ ਇੱਕ ਸੰਤ ਦੀ ਹੱਤਿਆ ਬਹੁਤ ਵੱਡੀ ਹੱਤਿਆ ਮੰਨੀ ਜਾਂਦੀ ਹੈ। ਜਿਹੜੇ 4 ਪਾਪ ਲਿਖੇ ਨੇ ਨਾ ਬਾਣੀ 'ਚ, ਕਿ ਚਾਰੇ ਕਿਲ ਵਿਖ ਉਨ ਅੱਗ ਕੀਏ ਹੋਆ ਅਸਰ ਸ਼ਿੰਗਾਰ। ਉਹ 4 ਪਾਪ ਨੇ ਬ੍ਰਾਹਮਣ ਦੀ ਹੱਤਿਆ, ਗਊ ਦੀ ਹੱਤਿਆ, ਧੀ ਦੀ ਹੱਤਿਆ ਤੇ ਅਨਚਾਰੀ ਕਾ ਤਾਨ, ਫਿਟਕ ਫਿਟ ਕੋੜ ਬਦੀਆਂ ਸਦਾ ਸਦਾ ਬਮਾਨ। ਜਦੋਂ ਰਾਜਾ ਫਿਰ ਕਿਸੇ ਮਹਾਂਪੁਰਖ ਦਾ ਕਤਲ ਕਰ ਦਿੰਦਾ, ਫਿਰ ਉਹਦਾ ਰਾਜ ਨਸ਼ਟ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਕਹਿੰਦੇ, ਕਿਸੇ ਮਹਾਂਪੁਰਖ ਦਾ ਸਿਰ ਲੱਗੇ ਤੇ ਉਹ ਰਾਜੇ ਦਾ ਪੁੰਨ ਨਸ਼ਟ ਹੋਵੇ, ਕਿਉਂਕਿ ਉਹਨੇ ਕੋਈ ਬੰਦਗੀ ਕੀਤੀ ਹੋਈ ਆ, ਉਹਨੇ ਕੋਈ ਸੇਵਾ ਕੀਤੀ ਹੋਈ ਆ, ਉਹਨੇ ਕੋਈ ਦਾਨ ਦਿੱਤਾ ਹੋਇਆ, ਉਹਨੂੰ ਰਾਜ ਮਿਲਿਆ ਹੋਇਆ, ਤੇ ਉਹਦੇ ਰਾਜ ਨੂੰ ਕੋਈ ਮਹਾਂਪੁਰਖ ਨਸ਼ਟ ਕਰ ਸਕਦਾ ਹੈ ਆਪਣਾ ਸੀਸ ਦੇ ਕੇ। ਮਾਰ ਕਹਿੰਦੇ ਅਸੀਂ ਪੰਡਤ ਕਹਿਣ ਲੱਗੇ, ਅਸੀਂ ਬੜੇ ਸੀਸ ਦੇ ਚੁੱਕੇ, ਸਾਡੇ ਸੀਸ ਦੇ ਨਾਲ ਤੇ ਕੁਛ ਹੋਇਆ ਨਹੀਂਗਾ। ਕਹਿਣ ਲੱਗੇ ਕੋਈ ਬਲੀ ਪੁਰਖ ਸੀਸ ਦਿਓ। ਉਹ ਕਹਿਣ ਲੱਗੇ, ਮਾਰ ਫਿਰ ਤੁਹਾਡੇ ਤੋਂ ਵੱਡੇ ਉੱਪਰ ਤੇ ਬਲੀ ਕੋਈ ਹੋਣਾ ਹੀ ਨਹੀਂ ਹੈ। ਫਿਰ ਸਤਿਗੁਰ ਆਖਿਆ, ਪੰਡਤੋ ਤੁਸੀਂ ਘਰ ਜਾਓ, ਸੀਸ ਦੇ ਕੇ ਧਰਮ ਬਚਾਊਂਗਾ ਮੈਂ। ਇਹ ਸੀਸ ਤਾਂ ਬਚਣਾ ਤਾਂ ਸੀਸ ਦੇਣਾ ਪੈਣਾ, ਸੀਸ ਤੁਸੀਂ ਦੇ ਨਹੀਂ ਸਕਦੇ, ਮੈਂ ਫਿਰ ਦਊਂਗਾ ਹੁਣ ਸੀਸ। ਫਿਰ ਜਾ ਕੇ ਭਾਰਤ ਵਰਸ ਤਾਂ ਅੱਜ ਫਲ ਰਿਹਾ ਏ। ਜੇ ਇੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਾ ਸੀਸ ਦਿੰਦੇ, ਤੇ ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ, ਜਾਤੀ ਹੋਵਤੀ ਕਚੀਰਤਾ ਕਿਤਾਬਨ ਪੁਰਾਣ ਕੀ। ਦੇਵੀ ਦੇ ਦੋਹਰੇ ਸੰਤੋਖ ਸਿੰਘਾ ਦੂਰ ਹੋਤੇ, ਕੋਈ ਮੰਦਰ ਨਹੀਂ ਸੀ ਹੋਣਾ, ਕੋਈ ਟਾਲ ਨਹੀਂ ਸੀ ਖੜਕਣਾ, ਕੋਈ ਦੇਵਤਾ ਨਹੀਂ ਸੀ ਹੋਣਾ। ਬਸ ਉਹੀ ਹੋਣਾ ਸੀ ਜੋ ਮੱਕੇ ਤੋਂ ਲੈ ਕੇ ਪਾਕਿਸਤਾਨ ਤੱਕ ਹੁੰਦੇ ਆ। ਅੱਲਾਹੂ ਅਕਬਰ, ਅੱਲਾਹੂ ਲਾ ਇਲਾ ਇੱਲਾ, ਲਾ ਇਲਾ ਇਲਿल्ला ਮੁਹੰਮਦ ਰਸੂਲ ਅੱਲਾ, ਇਸ ਤਰ੍ਹਾਂ ਹੀ ਹੋਣਾ ਸੀ। ਇਹ ਧੰਨ ਗੁਰੂ ਤੇਗ ਬਹਾਦਰ ਦੀ ਦੇਣ ਹੈ। ਇਹ ਇਸ ਧਰਮ ਨੂੰ ਥੰਮਿਆ ਹੋਇਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ। ਸਤਿਗੁਰ ਆਖਿਆ, ਪੰਡਤੋ ਤੁਸੀਂ ਘਰ ਜਾਓ, ਸੀਸ ਦੇ ਕੇ ਧਰਮ ਬਚਾਊਂਗਾ ਮੈਂ। ਭਾਰਤ ਵਰਸ ਤਾਂ ਅੱਜ ਫਲ ਰਿਹਾ ਏ। ਮੰਦਰਾਂ ਦੇ ਦੀਵਿਆਂ ਵਿੱਚ ਤੇਲ ਨਹੀਂ, ਧੰਨ ਗੁਰੂ ਤੇਗ ਬਹਾਦਰ ਦਾ ਖੂਨ ਬਲ ਰਿਹਾ ਹੈ। ਇਹ ਤੇਲ ਵਾਲੇ ਦੀਵੇ ਤੇ ਬੜੇ ਚਿਰ ਦੇ ਬੁੱਝ ਜਾਣੇ ਸਨ। ਇਹ ਧੰਨ ਗੁਰੂ ਤੇਗ ਬਹਾਦਰ ਦੇ ਖੂਨ ਦਾ ਸਦਕਾ ਹੈ, ਦੀਵੇ ਅੱਜ ਤੱਕ ਨਹੀਂ ਬੁਝੇ। ਖੈਰ ਫਿਰ ਜਦੋਂ ਧੰਨ ਗੁਰੂ ਤੇਗ ਬਹਾਦਰ ਦੀ ਧਰਵਾਸ ਦੇ ਕੇ ਕਸ਼ਮੀਰੀ ਪੰਡਤਾਂ ਨੂੰ ਆਨੰਦਪੁਰ ਸਾਹਿਬ ਤੋਂ ਤੁਰ ਜਾਂਦੇ ਨੇ, ਪਟਿਆਲਾ, ਸਮਾਣਾ, ਰੋਹਤਕ, ਜੀਂਦ, ਇਸ ਰਸਤੇ ਥਾਈਂ ਧੰਨ ਗੁਰੂ ਤੇਗ ਆਗਰੇ ਨਹੀਂ ਗਏ। ਕਵੀ ਸੰਤੋਖ ਸਿੰਘ ਨੇ ਬਹੁਤ ਵੱਡੀ ਕਵਿਤਾ ਕਹਾਣੀ ਲਿਖਦੀ ਧੰਨ ਗੁਰੂ ਤੇਗ ਆਗਰੇ ਉਦੋਂ ਗਏ ਸੀ ਜਦੋਂ ਪ੍ਰਚਾਰ ਕਰਨ ਗਏ ਸਨ। ਉੱਥੇ ਗੁਰੂ ਕਾ ਤਾਲ ਗੁਰਦੁਆਰਾ ਵਾ, ਉੱਥੇ ਧੰਨ ਗੁਰੂ ਤੇਗ ਬਹਾਦਰ ਗਏ ਨੇ, ਪਰ ਉਦੋਂ ਗਏ ਨੇ ਜਦੋਂ ਪ੍ਰਚਾਰ ਕਰਨ ਪਹਿਲਾਂ ਗਏ ਸੀ। ਹੁਣ ਨਹੀਂ, ਹੁਣ ਸਿੱਧਾ ਹੀ ਪਟਿਆਲੇ ਤੋਂ ਰੋਹਤਕ ਥਾਣੀ ਦਿੱਲੀ ਜਾ ਰਹੇ ਨੇ। ਪਰ ਉੱਥੇ ਕਹਾਣੀ ਘੜ ਦਿੱਤੀ ਗਈ ਵੀ ਉੱਥੇ ਕੋਈ ਧੰਨ ਗੁਰੂ ਤੇਗ ਬਹਾਦਰ ਜੀ ਆਗਰੇ ਦੇ ਬਾਹਰ ਜੰਗਲ ਵਿੱਚ ਬੈਠੇ ਨੇ, ਬਾਗ ਵਿੱਚ, ਤੇ ਉੱਥੇ ਕੋਈ ਬੱਕਰੀਆਂ ਚਾਰਨ ਵਾਲਾ ਜਾਲੀ ਸੀ, ਉਹਨੂੰ ਆਪਣੀ ਅੰਗੂਠੀ ਲਾ ਕੇ ਦੇ ਦਿੱਤੀ, ਜਾਂ ਸਾਡੇ ਵਾਸਤੇ ਮਠਿਆਈ ਲੈ ਕੇ ਆ। ਤੇ ਉਹਦੀ ਦਿਲ ਦੀ ਇੱਛਾ ਕਿ ਜੇ ਧੰਨ ਗੁਰੂ ਤੇਗ ਬਹਾਦਰ ਨੇ ਕੈਦ ਹੋਣਾ ਤੇ ਮੇਰੇ ਰਾਹੀਂ ਕੈਦ ਹੋਣ। ਉਹ ਕਿੱਥੇ ਪੰਜਾਬ ਆ, ਕਿੱਥੇ ਦਿੱਲੀ ਆ, ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਭੇਡਾਂ ਚਾਰਨ ਵਾਲੇ ਧੰਨ ਗੁਰੂ ਤੇਗ ਬਹਾਦਰ ਨੇ ਕੈਦ ਹੋਣਾ। ਇਹ ਕੋਲੋਂ ਕਹਾਣੀਆਂ ਘੜ ਲੈਂਦੇ ਨੇ।
ਉਹ ਫਿਰ ਅੰਗੂਠੀ ਲੈ ਕੇ ਜਦੋਂ ਉਹ ਜਾੜੀ ਉਹ ਬੱਕਰੀਆਂ ਚਾਰਨ ਵਾਲਾ ਦੁਕਾਨ 'ਤੇ ਜਾਂਦਾ, ਉਹ ਕਹਿੰਦਾ ਵੀ ਇਹਦੀ ਕੀਮਤੀ ਅੰਗੂਠੀ ਕਿੱਥੋਂ ਲੈ ਕੇ ਆਇਆ। ਉਹ ਪੁਲਿਸ ਨੂੰ ਫੜਾ ਦਿੰਦਾ। ਪੁਲਿਸ ਨੂੰ ਪੁੱਛਦੀ, ਫਿਰ ਉਹ ਕਹਿੰਦਾ ਉੱਥੇ ਕੋਈ ਧੰਨ ਗੁਰੂ ਤੇਗ ਬਹਾਦਰ ਜੀ ਆਏ ਨੇ, ਬਾਗ ਦੇ ਵਿੱਚ ਬੈਠੇ ਨੇ, ਮੈਂ ਉਹਨਾਂ ਕੋਲ ਅੰਗੂਠੀ ਲੈ ਕੇ ਆਇਆ। ਉਹ ਪੁਲਿਸ ਆਣ ਕੇ ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਆਗਰੇ ਤੋਂ ਗ੍ਰਿਫਤਾਰ ਕਰਦੀ ਹੈ। ਨਹੀਂ, ਧੰਨ ਗੁਰੂ ਤੇਗ ਬਹਾਦਰ ਆਗਰੇ ਗਏ ਹੀ ਨਹੀਂ ਹੈ। ਆਗਰੇ ਉਦੋਂ ਗਏ ਸੀ ਜਦੋਂ ਪਹਿਲਾਂ ਪ੍ਰਚਾਰ ਕਰਨ ਬਠਿੰਡੇ ਤੋਂ ਸਿੱਧੇ ਇਲਾਹਾਬਾਦ ਨੂੰ ਲੰਘੇ, ਉਦੋਂ ਆਗਰਾ ਵਿੱਚ ਰਾਹ 'ਚ ਆਉਂਦਾ ਸੀ। ਇਹ ਫਿਰ ਧੰਨ ਗੁਰੂ ਤੇਗ ਬਹਾਦਰ ਖੁਦ ਚਾਹ ਕੇ ਉੱਥੇ ਕੁਤਵਾਲੀ ਫਿਰ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦੇ ਨੇ। ਗ੍ਰਿਫਤਾਰੀ ਦੀ ਉਹਨਾਂ ਦੇ ਵਾਰੰਟ ਜਾਰੀ ਹੋ ਗਈ ਸੀ। ਉੱਥੇ ਫਿਰ ਬਾਦਸ਼ਾਹ ਨੇ 3 ਸ਼ਰਤਾਂ ਰੱਖੀਆਂ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਜੇ, ਤੇ ਗੁਰੂ ਨਾਨਕ ਦੀ ਗੱਦੀ ਦੇ ਵਿੱਚ ਬੜੀਆਂ ਕਰਾਮਾਤਾਂ ਹੁੰਦੀਆਂ ਨੇ, ਤੇ ਤੁਸੀਂ ਕਰਾਮਾਤ ਦਿਖਾਓ। ਕਹਿਣ ਲੱਗੇ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਜਿਹੜੇ ਰੱਬ ਦੇ ਪਿਆਰ ਵਾਲੇ ਹੁੰਦੇ ਨੇ ਉਹ ਕਰਾਮਾਤਾਂ ਨੂੰ ਨਾਟਕ ਚੇਟਕ ਮੰਨਦੇ ਨੇ, ਕੱਖ ਵੀ ਨਹੀਂ ਹੈ। ਇਹ ਤੇ ਮਦਾਰੀਆਂ ਵਾਲੀਆਂ ਖੇਡਾਂ ਮਹਾਂਪੁਰਖ ਥੋੜਾ ਕਰ ਦਿੰਦੇ, ਇਹ ਨਾਟਕ ਚੇਟਕ ਤੇ ਮਦਾਰੀ ਕਰਦੇ ਹੁੰਦੇ ਨੇ। ਕਿਸੇ ਚੀਜ਼ ਨੂੰ ਲੁਕਾ ਲਿਆ, ਉਹਨੂੰ ਪ੍ਰਗਟ ਕਰ ਦਿੱਤਾ, ਛੋਟੀ ਨੂੰ ਵੱਡਿਆਂ ਕਰ ਦਿੱਤਾ, ਵੱਡਿਆਂ ਨੂੰ ਛੋਟਿਆਂ ਕਰ ਦਿੱਤਾ, ਕਿਸੇ ਨੂੰ ਗੁੰਮ ਕਰਦਾ, ਕਿਸੇ ਨੂੰ ਹਾਜ਼ਰ ਕਰ ਦਿੱਤਾ। ਇਹ ਤਾਂ ਮਦਾਰੀ ਕਰਦੇ ਹੁੰਦੇ, ਗੁਰੂ ਥੋੜਾ ਇਹ ਕੁਝ ਕਰਦੇ ਹੁੰਦੇ ਨੇ। ਨਾਟਕ ਚੇਟਕ ਕੀਏ ਕੁਕਾਜਾ, ਇਹ ਤੇ ਭੈੜੇ ਕੰਮ ਨੇ। ਅਸੀਂ ਕਰਾਮਾਤ ਇਸ ਤਰ੍ਹਾਂ ਨਹੀਂ ਦਿਖਾਉਂਦੇ। ਬਾਦਸ਼ਾਹ ਦੇ ਕਹਿਣ ਉੱਤੇ ਕਰਾਮਾਤ ਦਿਖਾਵਾਂਗੇ ਤੇ ਅਸੀਂ ਆਪਣੇ ਆਪ ਨੂੰ ਨੀਵਾਂ ਸਾਬਤ ਕਰ ਲਵਾਂਗੇ। ਬਾਬਾ ਰਾਮ ਰਾਏ ਨੇ ਕਰਾਮਾਤਾਂ ਦਿਖਾਈਆਂ ਹੀ ਸਨ, ਤੇ 7ਵੇਂ ਪਾਤਸ਼ਾਹ ਨੇ ਆਖਿਆ ਸਾਡੇ ਮੱਥੇ ਨਾ ਲੱਗੀ, ਤੂੰ ਜਿੱਧਰ ਨੂੰ ਹੈ ਉਧਰ ਨੂੰ ਤੁਰ ਜਾ। ਇਹ ਨਹੀਂ ਕਿ ਧੰਨ ਗੁਰੂ ਤੇਗ ਬਹਾਦਰ ਦੇ ਕੋਲ ਕਰਾਮਾਤਾਂ ਨਹੀਂ, ਕਰਾਮਾਤਾਂ ਹੈ ਨੇ। ਉਹਨਾਂ ਨੇ ਪਟਨੇ ਜਾ ਕੇ ਸੁੱਕਾ ਬਾਗ ਹਰਿਆ ਕੀਤਾ। ਮਾਲਵੇ ਦੇ ਵਿੱਚ ਬਹੁਤ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਨੇ ਖਾਰੇ ਜਿਹੜੇ ਖੂਹ ਸਨ ਉਹਨਾਂ ਨੂੰ ਮਿੱਠਿਆਂ ਕੀਤਾ। ਜਿਨ੍ਹਾਂ ਦੀਆਂ ਅੰਸਾਂ ਵੰਸਾਂ ਰੁਕ ਗਈਆਂ ਸਨ, ਧੰਨ ਗੁਰੂ ਤੇਗ ਬਹਾਦਰ ਨੇ ਉਹਨਾਂ ਦੀਆਂ ਅੰਸਾਂ ਵੰਸਾਂ ਤੋਰੀਆਂ। ਹਜ਼ਾਰਾਂ ਕਰਾਮਾਤਾਂ ਧੰਨ ਗੁਰੂ ਤੇਗ ਬਹਾਦਰ ਨੇ ਇਸ ਧਰਤੀ ਉੱਤੇ ਵਰਤਾਈਆਂ, ਹਜ਼ਾਰਾਂ। ਪਰ ਇੱਕ ਬਾਦਸ਼ਾਹ ਆ ਕੇ ਕਰਾਮਾਤ ਦਿਖਾਓ, ਤੇ ਧੰਨ ਗੁਰੂ ਤੇਗ ਬਹਾਦਰ ਕਹਿਣ ਲੱਗੇ ਮੈਂ ਕੋਈ ਮਦਾਰੀ ਹਾਂ, ਤੈਨੂੰ ਖੇਲ ਦਿਖਾਵਾਂ ਮਦਾਰੀ ਵਾਲੇ। ਕਰਾਮਾਤਾਂ ਤੇ ਮਹਾਂਪੁਰਖਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੁੰਦੀਆਂ। ਤੇਰੇ ਕਹਿਣ ਤੇ ਕਰਾਮਾਤ ਅਸੀਂ ਕਿਉਂ ਦਿਖਾਈਏ? ਕਹਿਣ ਲੱਗੇ ਨਹੀਂ ਦਿਖਾਉਣੀ। ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਕਰਾਮਾਤਾਂ ਦਿਖਾਈਆਂ ਨਹੀਂ ਜਾ ਸਕਦੀ। ਇਹ ਨਹੀਂ ਵੀ ਕਰਾਮਾਤਾਂ ਨਹੀਂ ਸਨ ਧੰਨ ਗੁਰੂ ਤੇਗ ਬਹਾਦਰ, ਕਰਾਮਾਤੀ ਸਨ ਸੱਚੇ ਪਾਤਸ਼ਾਹ। ਫਿਰ ਕਹਿਣ ਲੱਗੇ ਜੇ ਤੁਸੀਂ ਕਰਾਮਾਤ ਨਹੀਂ ਜੇ ਦਿਖਾਉਣੀ ਤੇ ਇਸਲਾਮ ਕਬੂਲ ਕਰ ਲਓ। ਮੰਨ ਕੇ ਇਸਲਾਮ ਕਬੂਲ ਕਰਨਾ ਕੀ ਹੋਏਗਾ? ਕੀ ਹੋਏਗਾ ਇਸਲਾਮ ਕਬੂਲ ਕਰਨ ਦੇ ਨਾਲ? ਕਹਿਣ ਲੱਗੇ ਧਰਮ ਆ ਸਾਡਾ ਇਸਲਾਮ। ਤੇ ਮਾਰ ਕਹਿੰਦੇ ਅਸੀਂ ਪਹਿਲੋਂ ਧਰਮ ਕਬੂਲ ਕੀਤਾ ਹੋਇਆ, ਅਸੀਂ ਧਰਮੀ ਹਾਂ। ਇੱਕ ਅੱਜ ਕੱਲ੍ਹ ਬੜਾ ਨਾਅਰਾ ਚੱਲਣ ਦਿਆ ਹੈ, ਧਰਮ ਪਰਿਵਰਤਨ। ਇਹ ਸਿੱਖ ਈਸਾਈ ਹੁੰਦੇ ਜਾਂਦੇ ਨੇ। ਉਹ ਸਿੱਖ ਹੋਵੇ, ਗੁਰੂ ਨਾਨਕ ਨੂੰ ਮੰਨਣ ਵਾਲਾ ਉਹ ਈਸਾਈ ਹੋ ਜਾਵੇ। ਇਹ ਸਿੱਖ ਨਹੀਂ ਹੈ ਜਿਹੜੇ ਬਦਲਦੇ ਨੇ। ਸਿੱਖ ਸੀ ਭਾਈ ਤਾਰੂ ਸਿੰਘ, ਉਹਨੂੰ ਬਦਲਾ ਕੇ ਕੋਈ ਦਿਖਾਵੇ। ਸਿੱਖ ਸੀ ਭਾਈ ਮਨੀ ਸਿੰਘ, ਇਹ ਸਿੱਖ ਥੋੜਾ ਜਿਹੜੇ ਬਦਲ ਗਏ ਆ। ਇਹ ਸਿੱਖ ਈਸਾਈ ਹੋਏ ਜਾ ਰਹੇ ਨੇ। ਉਹ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਹੋਇਆ ਵਿਅਕਤੀ, ਬਾਣੀ ਨਾਲ ਜੁੜਿਆ ਹੋਇਆ ਵਿਅਕਤੀ, ਉਹ ਬੰਦ ਤੇ ਕਟਵਾ ਸਕਦਾ, ਧਰਮ ਥੋੜਾ ਆਪਣਾ ਬਦਲ ਸਕਦਾ। ਇਹ ਸਿੱਖ ਨਹੀਂ ਸਨ ਜਿਹੜੇ ਬਦਲ ਗਏ ਨੇ। ਇਹਨਾਂ ਦੇ ਸਿਰਾਂ ਦੇ ਵਿੱਚ, ਪੱਗਾਂ ਦੇ ਵਿੱਚ ਸਿਰਗਟਾਂ ਬੱਧੀਆਂ ਹੋਈਆਂ ਨੇ, ਇਹ ਸਿੱਖ ਨੇ। ਦਿਹਾੜੀ ਦਾ 36 ਵਾਰੀਆਂ ਜਰਦਾ ਮੂੰਹ 'ਚ ਪਾਉਂਦੇ ਨੇ ਜਿਹੜੇ ਬਦਲ ਗਏ ਆ ਨਾ, ਈਸਾਈ ਹੋ ਗਏ ਸਿੱਖ। ਸਿੱਖ ਨਹੀਂ ਈਸਾਈ ਹੋ ਸਕਦਾ, ਇਹ ਸਿੱਖ ਨਹੀਂ ਸਨ। ਇਹਨਾਂ ਦੇ ਮੂੰਹ ਵਿੱਚ ਜਰਦਾ,
ਜੇਬਾਂ ਦੇ ਵਿੱਚ ਸਿਰਗਟਾਂ, ਪੱਗਾਂ ਦੇ ਪੱਲੇ ਸਿਰਗਟਾਂ ਬੱਧੀਆਂ ਹੋਈਆਂ ਇਹਨਾਂ ਨੇ, ਤੇ ਉਹ ਹੀ ਬਦਲੇ ਨੇ। ਉਹ ਪਹਿਲਾਂ ਸਿੱਖ ਹੈ ਹੀ ਨਹੀਂ ਸੀ। ਮੈਂ ਤਾਂ ਕਿਹਾ ਸਿੱਖ ਨਹੀਂ ਬਦਲ ਸਕਦਾ। ਉਹ ਭਾਈ ਜੈ ਸਿੰਘ ਖਟਕਣ ਕਲਾ ਵਾਲਾ ਜਿਹੜਾ ਪਟਿਆਲੇ ਲਾਗੇ, ਪੁੱਠੀ ਖਾਲੋ ਲਾ ਦਿੱਤੀ ਗਈ ਉਹਦੀ, ਤੁਸੀਂ ਵੇਖਦੇ ਹੋਣੇ ਤਸਵੀਰਾਂ। ਤੇ ਇਹੋ ਆਖਿਆ ਵੀ ਸਾਡੀ ਤੰਬਾਕੂ ਵਾਲੀ ਪੰਡ ਚੁੱਕ ਲਾਉਣੇ। ਗੁਰੂ ਦਾ ਤਾਂ ਹੁਕਮ ਹੈ ਸਿੱਖ ਤੇ ਤੰਬਾਕੂ ਜਿੱਥੇ ਉੱਥੇ ਜਾਂਦਾ ਹੀ ਨਹੀਂਗਾ, ਤੇ ਪੰਡ ਕਿਵੇਂ ਚੁੱਕ ਸਕਦਾ ਹੈ ਸਿੱਖ। ਉਹਨੇ ਆਖਿਆ ਇਹ ਸਾਡੀ ਤੋਹੀਨ ਕੀਤੀ, ਇਹਦੀ ਪੁੱਠੀ ਖੱਲ ਲਾ ਦਿਓ। ਪੁੱਠੀ ਖੱਲ ਲਾਈ ਇੱਕ ਸਿੱਖ ਦੀ, ਪਰ ਸਿੱਖ ਨਹੀਂ, ਉਹ ਸਿੱਖ ਸੀ, ਬਦਲਿਆ ਨਹੀਂ ਹੈ। ਇਹ ਸਿੱਖ ਨਹੀਂ ਜਿਹੜੇ ਬਦਲ ਰਹੇ ਨੇ, ਇਹ ਕੱਖ ਵੀ ਨਹੀਂ ਹੈ। ਇਹ ਨਾ ਹੀ ਸਿੰਘ ਨੇ, ਹੈ ਸਿੱਖ ਨਹੀਂ ਹੈ। ਗੁਰੂ ਕੇ ਸਿੱਖ ਨੂੰ ਕੋਈ ਬਦਲਾ ਸਕਦਾ ਹੈ? ਗੁਰੂ का ਸਿੱਖ ਆਪਾ ਕੁਰਬਾਨ ਤਾਂ ਕਰ ਸਕਦਾ ਹੈ, ਬਦਲ ਨਹੀਂ ਸਕਦਾ। ਜਿਹੜਾ ਬਦਲ ਗਿਆ ਉਹਦੇ ਅੰਦਰ ਕਮਜ਼ੋਰੀ ਹੁੰਦੀ ਹੈ। ਪੱਕੇ ਰੰਗ ਨਹੀਂ ਬਦਲਦੇ ਹੁੰਦੇ, ਕੱਚੇ ਬਦਲ ਜਾਂਦੇ ਆ। ਤੇ ਕਹਿਣ ਲੱਗੇ ਤੁਸੀਂ ਇਸਲਾਮ ਕਬੂਲ ਕਰ ਲਓ। ਅੱਜ ਬੜੀ ਘਰ ਰੌਲੀ ਪਈ ਹੋਈ ਹੈ ਬਾਰੇ ਦੇ, ਫੇਕ ਹੀ ਹੋ ਜੂਗਾ ਇਸਲਾਮ ਕਬੂਲ ਕਰ ਲਾਂਗੇ। ਤੇ ਚੱਲ ਕਰ ਹੀ ਲੈਨੇ ਤੇਰੇ ਕਹਿਣ ਤੇ, ਇਸਲਾਮ ਕਬੂਲ ਕਰਨ ਨਾਲ ਕੀ ਹੋ ਜੂਗਾ? ਮੌਤ ਨਹੀਂ ਆਊਗੀ, ਸਰੀਰ ਬੁੱਢਾ ਨਹੀਂ ਹੋਊਗਾ, ਧਰਮ ਬਦਲਣਾ ਕੀ ਨਹੀਂ ਹੁੰਦਾ, ਦੁੱਖ ਨਹੀਂ ਆਉਣਗੇ, ਸਭ ਕੁਝ ਆਉਣਾ। ਤੇ ਫਿਰ ਧੰਨ ਗੁਰੂ ਤੇਗ ਬਹਾਦਰ ਦਾ ਉਹ ਵਾਕ ਕਿਸੇ ਕਵੀ ਨੇ ਲਿਖਿਆ ਸੀ ਨਾ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਗੁਰੂ ਤੇਗ ਬਹਾਦਰ ਬੋਲਿਆ ਤਰ ਪਈਐ, ਕਹਿਣ ਲੱਗੇ ਬੰਦਿਆ ਤੇਰੇ ਵਿੱਚ ਇੰਨੀ ਸਮਰੱਥਾ ਨਾ ਰਵੇ, ਤੂੰ ਇੰਨਾ ਕਮਜ਼ੋਰ ਹੋ ਜੇ, ਧਰਤੀ ਉੱਤੇ ਵੀ ਡਿੱਗ ਪਵੇਂ। ਗੁਰੂ ਤੇਗ ਬਹਾਦਰ ਬੋਲਿਆ ਤਰ ਪਈਐ, ਧਰਮ ਨਾ ਛੋਡੀਏ, ਬਾਕੀ ਸਭ ਕੁਝ ਛੱਡ ਦਿਓ। ਮਾਂ ਛੱਡ ਦਿਓ, ਪਿਓ ਛੱਡ ਦਿਓ, ਬੱਚੇ ਛੱਡ ਦਿਓ, ਪਰਿਵਾਰ ਛੱਡ ਦਿਓ, ਜੋ ਕੁਝ ਵੀ ਛੱਡਣਾ ਛੱਡ ਦਿਓ। ਛੁੱਟ ਜਾਣੇ ਨੇ। ਇਹ ਕਿੰਨਾ ਕੁ ਚਿਰ ਪਰਿਵਾਰ ਰਹੂਗਾ ਸਾਡਾ ਸਾਥੀ? ਇਹ ਸੰਸਾਰ ਕਿੰਨਾ ਕੁ ਚਿਰ ਸਾਡਾ ਸਾਥ ਦੇਵੇਗਾ? ਬੜੇ ਬੜੇ ਛੱਡ ਕੇ ਤੁਰ ਗਏ ਨੇ। 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਕਰ ਦਿਆ ਨਾ ਬਾਤੀ। ਜੇ ਏਡੇ ਏਡੇ ਬਾਦਸ਼ਾਹ, ਕਈ ਰਾਣੀਆਂ ਜਿਨ੍ਹਾਂ ਦੇ ਤੇ ਵੱਡੇ ਵੱਡੇ ਮਹਿਲ ਸੀ, ਤੇ ਇਸ ਵੇਲੇ ਇੱਥੇ ਹੁਣ ਭੂਤ ਪੈ ਨੱਚਦੇ ਨੇ, ਉਹ ਛੱਡ ਕੇ ਤੁਰ ਗਏ ਨੇ, ਤੇ ਸਾਡੀ ਤੇ ਪਾਇਆ ਹੀ ਕੋਈ ਨਹੀਂ ਹੈ। ਗੁਰੂ ਤੇਗ ਬਹਾਦਰ ਬੋਲਿਆ ਤਰ ਪਇਆ, ਧਰਮ ਨਾ ਛੋਡੀਏ, ਬਾਕੀ ਜੋ ਕੁਝ ਛੱਡਣਾ ਛੱਡ ਦਿਓ। ਸੰਸਾਰ ਛੱਡ ਦਿਓ, ਪਰਿਵਾਰ ਛੱਡ ਦਿਓ, ਜੋ ਮਰਜ਼ੀ ਛੱਡ ਦਿਓ, ਪਰ ਤਰ ਪਇਆ ਧਰਮ ਨਾ ਛੋਡੀਐ। ਧਰਮ ਨਹੀਂ ਛੱਡਣਾ। ਧੰਨ ਗੁਰੂ ਤੇਗ ਬਹਾਦਰ ਕਹਿਣ ਲੱਗੇ ਇਸਲਾਮ ਕਬੂਲ ਕਰਨ ਨਾਲ ਕੀ ਹੋਣਾ ਹੈ? ਕਹਿਣ ਲੱਗੇ ਫਿਰ ਨਹੀਂ ਕਬੂਲ ਕਰਦੇ ਤੁਸੀਂ। ਕਹਿਣ ਲੱਗੇ ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਤੈਨੂੰ ਹਿੰਦੂ ਚੰਗੇ ਨਹੀਂ ਲੱਗਦੇ? ਕਹਿਣ ਲੱਗੇ ਨਹੀਂ, ਅਸੀਂ ਧਰਤੀ ਉੱਤੇ ਇਸਲਾਮ ਪੈਦਾ ਕਰਨਾ ਹੈ। ਕਹਿਣ ਲੱਗੇ ਉਹ ਕਿਉਂ ਕਰਨਾ ਹੈ? ਖੁਦਾ ਦਾ ਹੁਕਮ ਹੈ। ਕਹਿੰਦਾ ਤੇਰਾ ਕਿਹੜਾ ਖੁਦਾ ਵਾ? ਅੱਲਾ ਦਾ ਹੁਕਮ ਹੈ ਕਿ ਮੁਹੰਮਦ ਸਾਹਿਬ ਨੂੰ ਮੰਨੋ। ਕਹਿਣ ਲੱਗੇ ਕਿਉਂ ਮੰਨੀਏ ਮੁਹੰਮਦ ਸਾਹਿਬ ਨੂੰ? ਇਹੋ ਪੈਗਾਮ ਲੈ ਕੇ ਆਇਆ ਖੁਦਾ ਦਾ। ਕੀ ਪੈਗਾਮ ਲੈ ਕੇ ਆਇਆ? ਇਹ ਧਰਤੀ ਉੱਤੇ ਇਸਲਾਮ ਪੈਦਾ ਕਰੋ। ਬਾਹਰ ਕਹਿੰਦੇ ਤੈਨੂੰ ਵਹਿਮ ਹੈ, ਭਰਮ ਹੈ। ਫਿਰ ਇਤਿਹਾਸਕਾਰ ਕਹਿੰਦੇ ਨੇ ਵੀ ਉੱਥੇ ਮਾਰ ਧੰਨ ਗੁਰੂ ਤੇਗ ਬਹਾਦਰ ਨੇ ਕਾਲੀਆਂ ਮਿਰਚਾਂ ਮੰਗਾਈਆਂ, ਉਹਨੂੰ ਅੱਗ ਵਿੱਚ ਰੱਖਿਆ ਗਿਆ, ਪਾਥੀਆਂ ਲਾ ਕੇ ਤੇ ਉਹਦੇ ਵਿੱਚ ਰੱਖ ਕੇ ਅੱਗ ਬਾਲੀ ਗਈ, ਬਲਦੀਆਂ ਰਹੀਆਂ ਕਈ ਚਿਰ। ਮੁੜ ਕੇ ਜਦੋਂ ਅੱਗ ਠੰਡੀ ਤੇ ਵੇਖਿਆ ਤੇ 3 ਕਾਲੀਆਂ ਮਿਰਚਾਂ ਬਚੀਆਂ ਸੀ। ਮਾਰ ਕਹਿੰਦੇ ਤੂੰ 2 ਨੂੰ 1 ਕਰਨਾ ਚਾਹੁੰਦਾ ਹੈ? ਆ ਵੇਖ ਰੱਬ ਦੀ ਰਜ਼ਾ 1 ਤੋਂ 3 ਹੋਣਗੇ। 1 ਨਹੀਂ ਰਹੂਗਾ, ਇਸਲਾਮ ਵੀ ਰਹੂਗਾ, ਸਨਾਤਨ ਵੀ ਰਹੂਗਾ, ਤੇ ਇੱਕ ਨਵਾਂ ਤੀਸਰਾ ਪੰਥ ਵੀ ਪੈਦਾ ਹੋਊਗਾ। ਜੋ ਗੁਰੂ ਨਾਨਕ ਸਾਹਿਬ ਨੇ ਤੀਸਰਾ ਪੰਥ ਚਲਾਇਆ, ਇਹ ਵੀ ਰਹੂਗਾ ਧਰਤੀ ਉੱਤੇ। ਇਸਲਾਮ ਵੀ ਰਹੇਗਾ, ਸਨਾਤਨ ਵੀ ਰਹਿਣਗੇ, ਸਾਰੇ ਰਹਿਣਗੇ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਇਹ ਰੱਬ ਨੇ ਰੰਗੀ ਰੰਗੀ ਦੁਨੀਆ ਬਣਾਈ ਹੋਈ ਆ, ਤੇ ਤੂੰ ਕਿਵੇਂ ਇੱਕ ਇੱਕ ਕਰ ਦੇਗਾ ਇਹਨਾਂ ਨੂੰ? ਇਹ ਖੁਦਾ ਦੀ ਰਜ਼ਾ ਹੈ। ਕਹਿਣ ਲੱਗੇ ਫਿਰ ਜੇ ਨਹੀਂ ਤੇ ਤੀਸਰਾ ਕੰਮ ਹੈ, ਫਿਰ ਮੌਤ ਕਬੂਲ ਕਰ ਲਓ। ਪਰ ਕਹਿੰਦੇ ਮੌਤ ਨੂੰ ਕਬੂਲਣ ਦੀ ਲੋੜ ਹੀ ਕੋਈ ਨਹੀਂ ਹੈ, ਮੌਤ ਤਾਂ ਅਟਲ ਸਚਾਈ ਆ। ਕਬੂਲੀਏ ਤੇ ਉਹਨੂੰ ਜੋ ਨਾ ਹੋਵੇ, ਤੇ ਜੋ ਹੋਣਾ ਹੀ ਆ ਚਿੰਤਾ ਤਾਂ ਕੀ ਕੀਜੀਏ। ਜੋ ਅਨਹੋਣੀ ਹੋਏ ਇਹ ਸੰਸਾਰ, ਇਹ ਜੋ ਅਨਹੋਣੀ ਹੋਏ, ਅਣਹੋਣੀ ਤਾਂ ਕੁਛ ਹੋਣੀ ਨਹੀਂ, ਤੇ ਹੋਣੀ ਆ, ਮੌਤ ਤਾਂ ਹੋਣੀ ਹੈ, ਤੇ ਮੌਤ ਨੂੰ ਕਬੂਲਣ ਦੀ ਲੋੜ ਕੋਈ ਨਹੀਂ ਹੈ। ਮੌਤ ਅਟਲ ਸਚਾਈ ਆ, ਤੇ ਅਸੀਂ ਤਾਂ ਬੜੇ ਚਿਰ ਦੀ ਕਬੂਲੀ ਹੋਈ ਆ ਮੌਤ। ਜੈਸੇ ਜਲ ਤੇ ਬੁੱਧ ਬਦਾ ਉਪਜੇ ਬਿਨ ਸੇ ਨੀਚ, ਜਗ ਰਚਨਾ ਤੈਸੀ ਰਚੀ ਕਉ ਨਾਨਕ ਸੁਨ ਮੀਤ। ਕਹਿਣ ਲੱਗੇ ਫਿਰ ਜੇ ਨਹੀਂ ਮੌਤ ਕਬੂਲਦੇ, ਫਿਰ ਤੁਹਾਨੂੰ ਕਤਲ ਕੀਤਾ ਜਾਵੇਗਾ। ਤੇ ਮਾਰਨ ਫੇਰ ਕੀ ਹੋ ਜਾਊਗਾ ਜੇ ਕਤਲ ਹੋ ਜਾਣਗੇ ਤਾਂ? ਏਡੇ ਨਿਡਰ ਬਚਨ ਸੁਣ ਕੇ ਬਾਦਸ਼ਾਹ ਫਿਰ ਧੰਨ ਗੁਰੂ ਤੇਗ ਬਹਾਦਰ ਨੂੰ ਕੈਦ ਕਰਾ ਦਿੰਦਾ ਹੈ। ਉੱਥੇ ਸਜ਼ਾ ਦਿੱਤੀਆਂ ਜਾਂਦੀਆਂ ਨੇ, ਪਿੰਜਰੇ 'ਚ ਕੈਦ ਕੀਤਾ ਜਾਂਦਾ ਹੈ। ਫਿਰ ਜਦੋਂ ਨਹੀਂ ਕੋਈ ਚਾਰਾ ਚੱਲਦਾ, ਫਿਰ ਬਾਦਸ਼ਾਹ, ਉਦੋਂ ਕੋਰਟ ਕਚਹਿਰੀਆਂ ਤੇ ਹੁੰਦੇ ਨਹੀਂ ਸਨ, ਉਦੋਂ ਬਾਦਸ਼ਾਹ ਹੁਕਮ ਜਾਰੀ ਕਰ ਦਿੰਦੇ ਸਨ। ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਫਤਵਾ ਲਾ ਦਿੱਤਾ ਗਿਆ ਵੀ ਇਹਨਾਂ ਨੂੰ ਚਾਂਦਨੀ ਚੌਂਕ ਵਿੱਚ ਕਤਲ ਕੀਤਾ ਜਾਵੇ, ਤੇ ਨਾਲ ਇਹਦੇ ਜਿਹੜੇ ਚੇਲੇ ਨੇ ਭਾਈ ਮਤੀ ਦਾਸ, ਸਤੀ ਦਾਸ, ਉਹਨਾਂ ਨੂੰ ਵੀ ਖਤਮ ਕੀਤਾ ਜਾਵੇ। ਧੰਨ ਗੁਰੂ ਤੇਗ ਬਹਾਦਰ, ਫਿਰ ਸਮਾਂ ਆ ਗਿਆ ਅੱਜ ਦਾ ਦਿਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚਾਂਦਨੀ ਚੌਂਕ 'ਚ ਬੈਠੇ ਹੋਏ ਨੇ, ਪਿੰਜਰੇ ਵਿੱਚ ਕੈਦ ਨੇ, ਤੇ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਚੀਰਿਆ ਗਿਆ। ਆਖਰੀ ਖਹਿਸ਼ ਪੁੱਛੀ ਗਈ ਉਹਦੀ। ਕਹਿਣ ਕਿ ਮੇਰੀ ਇੱਕੋ ਆਸ ਹੈ ਕਿ ਜਦੋਂ ਮੇਰੇ ਮੁੱਖ ਉੱਤੇ ਆਰਾ ਚੱਲਦਾ ਹੋਵੇ, ਸਿਰ ਤੇ ਆਰਾ ਚੱਲੇ, ਤੇ ਮੇਰਾ ਮੁੱਖ ਪਿੰਜਰੇ ਵੱਲ ਹੋਵੇ। ਇਹਨੂੰ ਕਹਿੰਦੇ ਨੇ ਇਸ਼ਕ। ਨਾਨਕ ਮਿਲਿਆ ਜਾਣੀਏ ਗੁਰੂ ਨਾ ਛੋਡੇ ਆਪਣਾ, ਦੂਜੇ ਨਾ ਧਰੇ ਪਿਆਰ। ਸਿੱਖ ਤੇ ਉਹ ਹੁੰਦਾ ਜਿਹੜਾ ਗੁਰੂ ਤੋਂ ਬਿਨਾਂ ਜੀ ਨਾ ਸਕੇ। ਇੱਥੇ ਗੁਰਦੁਆਰੇ ਅੱਧਾ ਘੰਟਾ ਬਹਿਣਾ ਪੈ ਜੇ ਤੇ ਇਹ ਚੀਕਾਂ ਮਾਰ ਲੱਗ ਪੈਂਦੇ ਨੇ, ਹਾਹਾਕਾਰ ਮਚਾ ਦਿੰਦੇ ਨੇ। ਬਾਬੇ ਨੇ ਭੋਗ ਹੀ ਗੱਲ ਲੇਟ ਪਾਤਾ ਅੱਜ ਤਾਂ। ਇਹ ਸਿੱਖ ਥੋੜ੍ਹਾ ਨੇ, ਇਹ ਤੇ ਐਵੇਂ ਕੜਾਹ ਕੜੂ ਖਾਣ ਗੁਰਦੁਆਰੇ ਆਉਂਦੇ ਨੇ, ਸਿੱਖ ਥੋੜ੍ਹਾ ਨੇ। ਅੱਜ ਕਿਉਂ ਨਹੀਂ ਸਿੱਖ ਗੁਰਦੁਆਰੇ ਆਏ? ਸੰਗਰਾਂਦ ਵਾਲੇ ਦਿਨ ਕਿਉਂ ਆਉਂਦੇ ਨੇ ਲੋਕ? ਉਸ ਦਿਨ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਉਣਗੇ। ਅੱਜ ਕੀ ਹੋ ਗਿਆ ਇਹਨਾਂ ਨੂੰ? ਅੱਜ ਕਿਉਂ ਨਹੀਂ ਆਏ? ਅੱਜ ਕਿਉਂ ਨਹੀਂ ਗੁਰੂ ਤੇਗ ਬਹਾਦਰ ਨੂੰ ਗੁਰਦੁਆਰੇ ਬੈਠ ਕੇ ਯਾਦ ਕੀਤਾ ਇਹਨਾਂ ਲੋਕਾਂ ਨੇ? ਸੰਗਰਾਂਦ ਵਾਲੇ ਦਿਨ ਕਿਉਂ ਆਉਂਦੇ ਨੇ ਲੋਕ ਗੁਰਦੁਆਰੇ? ਇਹ ਪੁੱਠੀਆਂ ਰੀਤਾਂ ਨਾਲ ਲੋਕਾਂ ਨੇ ਪਾਈਆਂ ਹੋਈਆਂ ਨੇ। ਇਹਨੂੰ ਕਹਿੰਦੇ ਨੇ ਇਸ਼ਕ, ਇਹਨੂੰ ਕਹਿੰਦੇ ਨੇ ਸਿੱਖ। ਧੰਨ ਗੁਰੂ ਤੇਗ ਬਹਾਦਰ ਦੇ ਵੱਲ ਭਾਈ ਮਤੀ ਦਾਸ ਆਪਣਾ ਧਿਆਨ ਜੋੜ ਕੇ ਬੈਠੇ ਹੋਏ ਨੇ। ਆਰਾ ਚੱਲ ਰਿਹਾ, ਤੇ ਜਦੋਂ ਆਰਾ ਚੱਲੇ ਖੂਨ ਤਾਂ ਹੁਣ ਨਿਕਲਣਾ ਹੀ ਹੈ। ਭਾਈ ਮਤੀ ਦਾਸ ਦੇ ਸਰੀਰ ਵਿੱਚੋਂ ਜਿਹੜਾ ਖੂਨ ਨਿਕਲ ਰਿਹਾ ਹੈ, ਧੰਨ ਗੁਰੂ ਤੇਗ ਬਹਾਦਰ ਦੇ ਪਿੰਜਰੇ ਵੱਲ ਨੂੰ ਤੁਰਿਆ ਜਾ ਰਿਹਾ। ਇਹਨੂੰ ਕਹਿੰਦੇ ਨੇ ਇਸ਼ਕ। ਪਿੰਜਰੇ ਦੀਆਂ ਪਰਿਕਰਮਾ ਪਿਆ ਕਰਦਾ ਹੈ ਧੰਨ ਗੁਰੂ ਤੇਗ ਬਹਾਦਰ ਦੀਆਂ, ਇਹਨੂੰ ਕਹਿੰਦੇ ਨੇ ਇਸ਼ਕ। ਤੇ ਮਤੀ ਦਾਸ ਧੰਨ ਗੁਰੂ ਤੇਗ ਬਹਾਦਰ ਦੇ ਮੁਖੜੇ ਨੂੰ ਪਏ ਤੱਕਦੇ ਨੇ ਜਦੋਂ ਆਰਾ ਚੱਲ ਰਿਹਾ, ਇਹਨੂੰ ਕਹਿੰਦੇ ਨੇ ਇਸ਼ਕ। ਐਵੇਂ ਕੱਚੇ ਪਿੱਲੀਆਂ ਗੱਲਾਂ ਕਰਦੇ ਨੇ ਗੁਰੂ ਦੇ ਨਾਲ, ਕੱਚੀਆਂ ਪਿੱਲੀਆਂ ਆਸ਼ਕੀਆਂ ਕਮਾਉਂਦੇ ਨੇ ਲੋਕ। ਕੋਈ ਨਹੀਂ ਆਇਆ ਤੇ ਸੰਗਰਾਂਦ ਵਾਲੇ ਦੇ ਵੀ ਭਜਾਉਣਾ ਪੈਣਾ ਗੁਰਦੁਆਰਿਆਂ 'ਚ। ਹੁਣ ਡੰਡਾ ਰੱਖਣਾ ਪੈਣਾ ਗੁਰਦੁਆਰੇ, ਜਿਹੜਾ ਸੰਗਰਾਂਦ ਵਾਲੇ ਡੰਡਾ ਫੇਰੋ ਇਹਨਾਂ ਨੂੰ। ਜੇ ਧੰਨ ਗੁਰੂ ਤੇਗ ਬਹਾਦਰ ਨੂੰ ਯਾਦ ਕਰਨੇ ਗੁਰਦੁਆਰੇ ਕੋਈ ਆਇਆ, ਤੇ ਸੰਗਰਾਂਦ ਵਾਲੇ ਜਿਹੜਾ ਆਵੇ ਨਾ, ਜਿਹਨੂੰ ਡੰਡਾ ਫੇਰੋ ਇਹਨਾਂ ਨੂੰ। ਇਹ ਸੂਰਜ ਦੇਵਤੇ ਦੀ ਪੂਜਾ ਕਰਨ ਵਾਸਤੇ ਗੁਰਦੁਆਰਿਆਂ 'ਚ ਆ ਜਾਂਦੇ ਨੇ। ਸੂਰਜ ਦੀ ਪੂਜਾ ਕਰਨੀ, ਕਿਤੇ ਨਦੀ ਨਾਲੇ ਤੇ ਬਾਹਰ ਜਾ ਕੇ ਬੈਠੋਗੇ, ਗੁਰਦੁਆਰੇ ਘਰ ਸੰਗਰਾਂਦ ਵਾਲੇ ਦਿਨ ਤੁਸੀਂ ਆਉਂਦੇ। ਉਹ ਫਿਰ ਦੂਸਰੇ ਸਿੱਖ ਨੂੰ ਕੈਦ ਕੀਤਾ ਹੋਇਆ, ਜਿਹਨੂੰ ਫਿਰ ਭਾਈ ਮਤੀ ਦਾਸ ਤੋਂ 12 ਫਿਰ ਸਤੀ ਦਾਸ ਨੂੰ, ਫਿਰ ਭਾਈ ਦਿਆਲਾ ਨੂੰ ਸ਼ਹੀਦ ਕੀਤਾ ਗਿਆ। ਆਖਰੀ ਸਮਾਂ ਆ ਗਿਆ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ
ਉਸੇ ਰੰਗ 'ਚ ਬੈਠੇ ਨੇ ਜਿਸ ਰੰਗ ਵਿੱਚ ਆਨੰਦਪੁਰ ਬੈਠੇ ਹੋਏ ਸਨ। ਜਿੰਦ ਜਾਣ ਤੋਂ ਪਿਆਰੇ ਭਾਈ ਮਤੀ ਦਾਸ ਸਤੀ ਦਾਸ ਸ਼ਹੀਦ ਹੋ ਗਏ ਨੇ। ਪੈ ਕਾਹੂ ਕੋ ਦੇਤ ਨੈ ਪੈਮਾਨ ਤੇ ਆਨ, ਕਉ ਨਾਨਕ ਸੁੰਦਰੇ ਮਨਾ, ਕਿਆ ਨਹੀਂ ਗਿਆਨੀ ਤਾਹੇ ਬਖਾਨ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਕੁਛ ਵੀ ਹੋ ਜੇ ਜਿਹੜਾ ਕਿਸੇ ਕੋ ਡਰੇ ਨਾ, ਕੁਝ ਵੀ ਹੋ ਜੇ ਜਿਹੜਾ ਕਿਸੇ ਨੂੰ ਡਰਾਵੇ ਨਾ। ਫਲਾਣੇ ਸੰਤਾਂ ਕੋਲ ਦੁਨੀਆ ਡਰਦੀ ਸੀ, ਉਹ ਸੰਤ ਕੋਲ ਦੁਨੀਆ ਨਹੀਂ ਡਰਦੀ ਹੁੰਦੀ। ਸੰਤ ਕੋ ਡਰਾਉਣ ਵਾਲੀ ਕੋਈ ਚੀਜ਼ ਨਹੀਂ ਹੁੰਦੀ। ਸੰਤ ਕੋ ਗੁਰੂ ਨਾਨਕ ਸਾਹਿਬ ਕੋ ਦੁਨੀਆ ਡਰੀ ਸੀ? ਨਾ ਨਾ ਨਾ, ਸੰਤਾਂ ਕੋ ਨਹੀਂ ਕੋਈ ਡਰਦਾ ਹੁੰਦਾ। ਵੈਰੀਆਂ ਕੋ ਡਰਦੇ ਹੁੰਦੇ ਨੇ ਲੋਕੀ, ਸੰਤਾਂ ਕੋ ਨਹੀਂ ਕੋਈ ਡਰਦਾ ਹੁੰਦਾ। ਧੰਨ ਗੁਰੂ ਤੇਗ ਬਹਾਦਰ ਬੇਖੌਫ ਬੈਠੇ ਹੋਏ ਨੇ, ਬੇਖੌਫ। 3 ਜਿੰਦ ਜਾਨ ਤੋਂ ਪਿਆਰੇ ਸ਼ਹੀਦ ਕੀਤੇ ਗਏ ਨੇ। ਹੁਣ ਵਾਰੀ ਧੰਨ ਗੁਰੂ ਤੇਗ ਬਹਾਦਰ ਦੀ ਹੈ। ਤੇ ਪੈ ਕਾਹੂ ਕੋ ਦੇਤ ਨਹਿ, ਨੈ ਪੈਮਾਨ ਧਿਆਨ, ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹ ਗਿਆਨੀ ਆ ਜਿਹੜਾ ਡਰੇ ਨਾ ਔਰ ਡਰਾਵੇ ਨਾ। ਮੈਂ ਨਾ ਡਰੂ, ਕਬੀਰ ਸਾਹਿਬ ਨਹੀਂ ਡਰਦੀ ਨਹੀਂ ਪਈ। ਇਹ ਫਿਰ ਸਮਾਂ ਆ ਗਿਆ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬੇਖੌਫ ਬੈਠੇ ਨੇ। ਆਖਰੀ ਸਮੇਂ ਫਿਰ ਧੰਨ ਗੁਰੂ ਤੇਗ ਬਹਾਦਰ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਬੈਠ ਗਏ ਜਿੱਥੇ ਉਹਨਾਂ ਨੂੰ ਸ਼ਹੀਦ ਕਰਨਾ ਹੈ। ਮਰ ਰੱਬੀ ਯਾਦ ਵਿੱਚ ਇੱਕ ਟਿੱਕੀ ਲਾ ਕੇ ਬੈਠੇ ਹੋਏ ਨੇ। ਜਲਾਦ ਆ ਗਿਆ ਤੇ ਜਲਾਦ ਨੇ ਆਣ ਕੇ ਫਿਰ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਵਾਰ ਕੀਤਾ ਹੈ। ਧੜ ਵੱਖਰਾ ਹੋ ਗਿਆ, ਸੀਸ ਉਹ ਜਾ ਪਿਆ, ਕਿਉਂਕਿ ਤੇਗਾ ਸੀ ਬਹੁਤ ਵੱਡਾ। ਬੜੀ ਜ਼ੋਰ ਦੇ ਨਾਲ ਜਲਾਦ ਨੇ ਜਲਾਲੁਦੀਨ ਉਹਦਾ ਨਾਂ ਸ਼ਾਇਦ ਇਤਿਹਾਸਕਾਰ ਨੇ ਲਿਖਿਆ, ਸਮਾਣੇ ਦਾ ਰਹਿਣ ਵਾਲਾ। ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਜਲ ਮੇਂ ਜਲ ਆਏ ਕਟਾਨਾ, ਉਹ ਤਾਂ ਪਹਿਲੋਂ ਜੋਤੀ ਜੋਤ ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭਤਾਂ ਕਾ, ਇਹਨੂੰ ਕਹਿੰਦੇ ਨੇ ਪਰਉਪਕਾਰ, ਇਹਨੂੰ ਕਹਿੰਦੇ ਨੇ ਧਰਮ। ਇਹ ਫਿਰ ਧੰਨ ਗੁਰੂ ਤੇਗ ਬਹਾਦਰ ਠੀਕਰ ਫੋਰ ਦਲੀਸ ਸਿਰ, ਇਹ ਸਰੀਰ ਰੂਪੀ ਭਾਂਡਾ ਦਿੱਲੀ ਦੇ ਸਿਰ ਤੇ ਪੰਨ ਕੇ ਪਰਪੁਰਬ ਕੀਆ ਪਿਆਨ। ਧੰਨ ਗੁਰੂ ਤੇਗ ਬਹਾਦਰ ਦੇ ਇਸ ਸੰਸਾਰ ਤੋਂ ਤੁਰ ਗਏ। ਹੈ ਸਭ ਜਗ ਪਇਓ। ਜਿੱਥੇ ਜਿੱਥੇ ਪਤਾ ਲੱਗ ਗਿਆ ਦਿੱਲੀ ਸ਼ਹਿਰ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਨੂੰ ਅੱਜ ਚਾਂਦਨੀ ਚੌਂਕ ਵਿੱਚ ਕਤਲ ਕੀਤਾ ਗਿਆ, ਤੇ ਹਾਹਾਕਾਰ ਮਚ ਗਈ। ਜਿੱਥੇ ਇੱਥੇ ਹਾਹਾਕਾਰ ਮਚੀ ਤੇ ਜੈ 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 ਸੁਰ ਲੋਕ। ਦੇਵਤਿਆਂ ਨੇ ਆਖਿਆ ਕੋਈ ਇਹੋ ਜਿਹੀ ਹਸਤੀ ਵੀ ਧਰਤੀ ਤੇ ਹੋ ਸਕਦੀ ਆ ਜਿਹੜੀ ਦੂਸਰਿਆਂ ਖਾਤਰ ਆਪਣਾ ਆਪ ਕਟਵਾ ਸਕਦੀ। ਲੋਕਾਂ ਨੇ ਹਾਹਾਕਾਰ ਮਚਾ ਦਿੱਤੀ ਤੇ ਦੇਵਤਿਆਂ ਨੇ ਹੈ ਸਭ ਜਗ ਪਇਓ, ਜੈ 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 ਸੁਰ ਲੋਕ। ਧਰਮੀਆਂ ਨੇ ਆਖਿਆ ਵਾਹ 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 ਵਾਹ। ਧੰਨ ਗੁਰੂ ਤੇਗ ਬਹਾਦਰ ਸੀ ਕਿਰਿਆ, ਗੁਰੂ ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਕੋਈ ਨਹੀਂ ਧਰਤੀ ਤੇ ਜੰਮ ਸਕਿਆ ਜੋ ਧੰਨ ਗੁਰੂ ਤੇਗ ਬਹਾਦਰ ਵਰਗਾ ਕੰਮ ਕਰ ਸਕੇ। ਆਪਣੀ ਖਾਤਰ ਤੇ ਬੜੇ ਮਰਦੇ ਨੇ, ਆਪਣੇ ਖਾਤਰ ਬੜੇ ਮਰਦੇ ਨੇ, ਧਨ ਦੀ ਖਾਤਰ ਬੜੇ ਮਰਦੇ ਨੇ, ਧਰਮ ਦੀ ਖਾਤਰ ਕੋਈ ਮਰਨ ਵਾਲੇ ਨੇ ਤੇ ਉਹ ਧੰਨ ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋਸ ਹੈ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਣ। ਸੀਸ ਦਿਆ ਪਰ ਸਿਰ ਨਾ ਦਿਆ। ਸੀਸ ਦੇਤਾ, ਆਪਣਾ ਦਿੜ ਅਰਾਦਾ ਨਹੀਂ ਕਾਇਮ ਡੋਲਣ ਦਿੱਤਾ, ਸਿਦਕ ਨਹੀਂ ਡੋਲਿਆ। ਧੰਨ ਗੁਰੂ ਤੇਗ ਬਹਾਦਰ ਦਾ ਸੀਸ ਤਾਂ ਲੱਗ ਗਿਆ, ਸੀਸ ਤਾਂ ਲੱਗ ਗਿਆ, ਪਰ ਸਿਦਕ ਨਹੀਂ ਡੋਲਿਆ। ਇਹ ਕਹਿੰਦੇ ਸਿੱਖ ਈਸਾਈ ਹੋਈ ਜਾਂਦੇ ਨੇ, ਉਹ ਸਿੱਖ ਨਹੀਂ ਹੈ ਭਾਈ। ਸਿੱਖ ਨੂੰ ਕੋਈ ਈਸਾਈ ਬਣਾ ਸਕਦਾ? ਨਹੀਂ ਨਹੀਂ, ਸਿੱਖ ਨਹੀਂ ਹੈ, ਉਹ ਨਾਮ ਤਰੀਕ ਨੇ। ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਧੜ ਉੱਥੇ ਪਿਆ ਹੋਇਆ ਹੈ। ਸੀਸ ਨੂੰ ਭਾਈ ਜੈਤਾ ਜੀ ਲੈ ਕੇ ਤੁਰ ਪੈਂਦੇ ਨੇ ਉੱਥੋਂ। ਬੜੀ ਲੰਮੀ ਚੌੜੀ ਕਹਾਣੀ ਹੈ,
ਤੇ ਧੰਨ ਗੁਰੂ ਤੇਗ ਬਹਾਦਰ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਕਿਸੇ ਤਰੀਕੇ ਦੇ ਨਾਲ ਉੱਥੋਂ ਚੁੱਕ ਕੇ ਲੈ ਜਾਂਦਾ ਹੈ, ਰੂਮ ਵਿੱਚ ਲਪੇਟ ਲੈਂਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ, ਤੇ ਆਪਣੇ ਘਰ ਖੜ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰੀਰ ਨੂੰ ਰੂਮ ਵਿੱਚ ਲਪੇਟਿਆ ਹੋਇਆ ਤੇ ਲੁਕੋ ਲੈਂਦਾ ਹੈ ਕਮਰੇ ਦੇ ਅੰਦਰ, ਕਿ ਕਿਤੇ ਹਕੂਮਤ ਨੂੰ ਪਤਾ ਨਾ ਲੱਗ ਜੇ, ਕਿ ਤਾਂ ਕਿ ਧੰਨ ਗੁਰੂ ਤੇਗ ਬਹਾਦਰ ਦੇ ਸਰੀਰ ਦਾ ਅਪਮਾਨ ਨਾ ਹੋਵੇ। ਆਪਣੇ ਘਰ ਦੇ ਅੰਦਰ ਹੀ, ਆਪਣੇ ਕਮਰੇ ਦੇ ਅੰਦਰ ਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਦਾ ਸੰਸਕਾਰ ਕਰਨ ਵਾਸਤੇ ਭਾਈ ਲੱਖੀ ਸ਼ਾਹ ਨੇ ਫਿਰ ਚਿਖਾ ਬਣਾਈ ਹੈ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ ਵੀ ਧੰਨ ਗੁਰੂ ਤੇਗ ਬਹਾਦਰ ਦਾ ਸੀਸ ਇੱਥੇ ਪਹੁੰਚ ਗਿਆ। ਫਿਰ ਚੋਰੀ ਚੋਰੀ ਰਾਤ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਨੇ ਧੰਨ ਗੁਰੂ ਤੇਗ ਬਹਾਦਰ ਦੇ ਧੜ ਦਾ ਸੰਸਕਾਰ ਕਰ ਦਿੱਤਾ ਆਪਣੇ ਕਮਰੇ ਦੇ ਅੰਦਰ ਹੀ। ਦੇਖੋ ਕੈਸਾ ਸਮਾਂ ਹੈ ਕਿ ਧੜ ਦਿੱਲੀ, ਸੀਸ ਅਨੰਦਪੁਰ ਸਾਹਿਬ, ਕੈਸਾ ਸਮਾਂ ਹੈ, ਕਿਸ ਤਰ੍ਹਾਂ ਦੀ ਵਰਤੋਂ ਵਿਹਾਰ ਇਸ ਸੰਸਾਰ ਮਹਾਂਪੁਰਖਾਂ ਦੇ ਨਾਲ ਕਰਦਾ ਹੈ। ਫਿਰ ਇੱਥੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਨੇ, ਕੀਰਤਪੁਰ ਠਹਿਰਦੇ ਨੇ, ਤੇ ਕੀਰਤਪੁਰੋਂ ਫਿਰ ਬਬਾਣ ਤਿਆਰ ਕਰਕੇ, ਕਿਉਂਕਿ ਉੱਥੇ ਉਹਨਾਂ ਦੇ ਵੱਡੇ ਵਡੇਰੇ ਰਹਿ ਰਹੇ ਸਨ, ਇੱਥੋਂ ਫਿਰ ਇੱਕ ਜਲੂਸ ਦੀ ਸ਼ਕਲ ਵਿੱਚ ਧੰਨ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਤੋਂ ਪਾਲਕੀ ਵਿੱਚ ਰੱਖਿਆ ਜਾਂਦਾ ਹੈ। ਪਹਿਲਾਂ ਭਾਈ ਜੀਵਨ ਸਿੰਘ ਸੀਸ ਨੂੰ ਲੁਕੋ ਕੇ ਲੈ ਕੇ ਆ ਰਹੇ ਨੇ ਦਿੱਲੀ ਤੋਂ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ, ਮੰਮੀ ਨਾ ਪਕੜਿਆ ਜਾਵਾਂ ਤੇ ਧੰਨ ਗੁਰੂ ਤੇਗ ਬਹਾਦਰ ਦੇ ਸੀਸ ਦਾ ਅਪਮਾਨ ਨਾ ਹੋ ਜਾਵੇ, ਕਿਤੇ ਲੁਕੋ ਕੇ ਲੈ ਕੇ ਆ ਰਹੇ ਨੇ ਭਾਈ ਜੀਵਨ ਸਿੰਘ। ਜਦੋਂ ਕੀਰਤਪੁਰ ਆਣ ਕੇ ਦਿਖਾਉਂਦੇ ਨੇ, ਉੱਥੇ ਉਹਨਾਂ ਦਾ ਪਰਿਵਾਰ ਰਹਿ ਰਿਹਾ। ਇੱਥੋਂ ਫਿਰ ਪਹਿਲੋਂ ਨਿਰਣਾ ਕੀਤਾ ਗਿਆ ਕਿ ਇਸ ਸੀਸ ਆਪਣੇ ਸੀਸ ਦਾ ਸੰਸਕਾਰ ਜਿਹੜਾ ਕੀਰਤਪੁਰ ਸਾਹਿਬ ਕਰ ਦਈਏ। ਅਨੰਦਪੁਰ ਸੁਨਾਹ ਭੇਜਿਆ ਗਿਆ ਵੀ ਤੁਸੀਂ ਇੱਥੇ ਆ ਜਾਓ, ਸੀਸ ਇੱਥੇ ਆ ਗਿਆ। ਉੱਥੋਂ ਫਿਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤੇ ਉਹਨਾਂ ਦੀ ਮਾਤਾ ਗੁਜਰ ਕੌਰ ਨੇ ਆਖਿਆ ਕਿ ਨਹੀਂ, ਉਹਨਾਂ ਦਾ ਸੰਸਕਾਰ ਸਰੀਰ ਦਾ, ਆਪਣੇ ਸਿਰ ਦਾ ਸੰਸਕਾਰ ਜਿਹੜਾ ਅਨੰਦਪੁਰ ਸਾਹਿਬ ਹੀ ਹੋਏਗਾ। ਫਿਰ ਇੱਥੋਂ ਜਲੂਸ ਦੀ ਸ਼ਕਲ ਵਿੱਚ ਕੀਰਤਪੁਰ ਸਾਹਿਬ ਤੋਂ ਧੰਨ ਗੁਰੂ ਤੇਗ ਬਹਾਦਰ ਦੇ ਸੀਸ ਨੂੰ ਬਬਾਣ ਸਜਾਇਆ ਗਿਆ ਬੜੇ ਸਤਿਕਾਰ ਦੇ ਨਾਲ। ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਨੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵ ਆਪਣਾ ਚਲਤੇ ਰਾਖਿਓ ਚੀਤ। ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਨੇ। ਕੈਸਾ ਸਮਾਂ ਹੋਏਗਾ ਜਦੋਂ ਧੰਨ ਗੁਰੂ ਤੇਗ ਬਹਾਦਰ ਦੇ ਸਿਰ ਨੂੰ, ਸੀਸ ਨੂੰ ਲੈ ਕੇ ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਹੋਣਗੀਆਂ ਅਨੰਦਪੁਰ ਸਾਹਿਬ। ਇਹ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤਾ ਹੀ ਰਾਖਿਓ ਜੀ। ਜੈਸੀ ਆਗਿਆ ਕੀਨੀ ਠਾਕਰ, ਇਸ ਤੇ ਮੁਖ ਨਹੀਂ ਮੋੜਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਵਹਾਂ ਕੋ ਦੌੜਿਓ। ਆਗਿਆ ਮੈਂ ਦੁਖ ਭੂਖ ਸੋਈ ਕਰ ਮਾਨਿਓ। ਸ਼ਬਦ ਪੜ੍ਹਦਿਆਂ ਸੰਗਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਜਾ ਰਹੀਆਂ ਨੇ। ਤੇ ਜਦੋਂ ਬਬਾਣ ਜਾ ਕੇ ਅਨੰਦਪੁਰ ਸਾਹਿਬ ਰੱਖਿਆ ਘਰ ਦੇ ਵਿੱਚ, ਤੇ ਮਾਤਾ ਗੁਜਰ ਕੌਰ ਨੇ ਜਦੋਂ ਤੱਕਿਆ ਨਾ ਵੀ ਧੜ ਨਹੀਂ ਆਇਆ, ਕੈਸਾ ਸਮਾਂ ਹੋਏਗਾ ਜਦੋਂ ਪਤੀ ਦਾ ਸੀਸ ਹੀ ਵੇਖਿਆ ਹੋਏਗਾ ਤੇ ਧੜ ਨਹੀਂ ਹੋਏਗਾ, ਉਹ ਕੈਸਾ ਸਮਾਂ ਹੋਏਗਾ। ਉਹ ਸਮੇਂ ਨੂੰ ਸਾਹਮਣੇ ਲਿਆਓ। ਇਹ ਫਿਰ ਜਦੋਂ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਦਾ ਸੀਸ ਤੱਕਿਆ, ਇਸ ਤਰ੍ਹਾਂ ਹੱਥ ਜੋੜ ਕੇ ਖਲੋਤੇ ਨੇ, ਵਿਰਾਗ 'ਚ ਖਲੋਤੇ ਨੇ, ਤੇ ਮਾਤਾ ਜੀ ਕਹਿਣ ਲੱਗੇ ਤੁਹਾਡੀ ਤਾਂ ਨਿਭ ਗਈ, ਸਾਡੀ ਵੀ ਨਿਭ ਜਾਵੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਤੁਹਾਡੀ ਨਿਭ ਗਈ ਪਰਮੇਸ਼ਰ ਦੇ ਨਾਲ, ਸਾਡੀ ਵੀ ਨਿਭ ਜਾਵੇ। ਇਹ ਹੌਸਲਾ ਕਿੱਥੋਂ ਮਿਲਿਆ ਮਾਤਾ ਗੁਜਰ ਕੌਰ ਨੂੰ? ਇੱਕ ਪਤੀ ਦਾ
ਕੱਲਾ ਸੀਸ ਹੀ ਤੱਕਿਆ ਹੋਵੇ, ਧੜ ਨਾ ਤੱਕਿਆ ਹੋਵੇ, ਤੇ ਫਿਰ ਵੀ ਪਤਨੀ ਇਹ ਕਵੇ ਤੁਹਾਡੀ ਨਿਭ ਗਈ। ਇਹਨੂੰ ਕਹਿੰਦੇ ਮਾਤਾ ਨੇ ਵੀ ਧਰਮ ਕਮਾਇਆ। ਧਰਮੀ ਲੋਕ, ਇਹ ਧਰਮੀ ਲੋਕਾਂ ਦੀ ਅਵਸਥਾ ਹੈ, ਸਾਡੀ ਨਹੀਂ ਹੈ। ਅਸੀਂ ਤਾਂ ਪਿੱਟਦੇ ਹਾਂ, ਅਸੀਂ ਤਾਂ ਰੋਂਦੇ ਹਾਂ, ਪਰ ਜਿਨ੍ਹਾਂ ਨੇ ਧਰਮ ਕਮਾਇਆ ਉਹਨਾਂ ਦਾ ਮਰਨਾ ਵੀ ਕੋਈ ਗਮ ਨਹੀਂ ਹੁੰਦਾ, ਉਹਨਾਂ ਦਾ ਜਾਣਾ ਵੀ ਕੋਈ ਗਮ ਨਹੀਂ ਹੁੰਦਾ। ਤੇ ਜਦੋਂ ਮਾਤਾ ਜੀ ਨੇ ਸੀਸ ਤੱਕਿਆ ਆਪਣੇ ਪਤੀ ਦਾ, ਕਹਿਣ ਲੱਗੀ ਤੁਹਾਡੀ ਨਿਭ ਗਈ ਆ, ਸਾਡੀ ਵੀ ਨਿਭ ਜਾਵੇ। ਫਿਰ 9 ਸਾਲਾਂ ਦੇ ਪੁੱਤਰ ਗੋਬਿੰਦ ਰਾਏ ਨੇ ਆਪਣੇ ਪਿਤਾ ਦਾ ਸੀਸ ਤੱਕਿਆ। ਕੈਸਾ ਸਮਾਂ ਹੋਏਗਾ। ਫਿਰ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨ ਕਰਨ ਵਾਸਤੇ, ਤੇ ਅਨੰਦਪੁਰ ਵੀ ਹਾਹਾਕਾਰ ਮਚ ਗਈ। ਹੈ ਸਭ ਜਗ ਪਇਓ। ਕਹਿਣ ਲੱਗੇ ਹੈ ਏਡਾ ਜ਼ਾਲਮ ਬਾਦਸ਼ਾਹ ਜਿਹੜਾ ਮਹਾਂਪੁਰਖਾਂ ਨੂੰ ਕਤਲ ਕਰਨ ਲੱਗ ਪਿਆ, ਏਡਾ ਜ਼ਾਲਮ ਬਾਦਸ਼ਾਹ। ਹੈ ਸਭ ਜਗ ਪਇਓ। ਸੰਗਤਾਂ ਅਨੰਦਪੁਰ ਦੀਆਂ ਜਿੰਨੀਆਂ ਵੀ ਸੰਗਤਾਂ ਸੀ, ਸਾਰਿਆਂ ਨੇ ਆਣ ਕੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਦਰਸ਼ਨ ਕੀਤਾ। 3-4 ਦਿਨ ਤੇ ਅੱਗੇ ਹੋ ਗਏ ਸੀ ਸੀਸ ਲੈ ਕੇ ਭਾਈ ਜੈਤਾ ਜੀਵਨ ਸਿੰਘ ਨੂੰ ਆਉਂਦਿਆਂ ਹੋਇਆ। ਫਿਰ ਉਸੇ ਦਿਨ ਹੀ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਦਾ ਫਿਰ ਚਿਖਾ ਬਣਾ ਕੇ ਸੀਸ ਉੱਤੇ ਰੱਖ ਕੇ ਫਿਰ ਸੰਸਕਾਰ ਕੀਤਾ। ਇੱਕ ਗੁਰਦੁਆਰਾ ਸੀਸਗੰਜ ਦਿੱਲੀ 'ਚ ਆ, ਤੇ ਇੱਕ ਗੁਰਦੁਆਰਾ ਸੀਸਗੰਜ ਆਨੰਦਪੁਰ 'ਚ ਆ। ਜਿੱਥੇ ਧੜ ਦਾ ਸੰਸਕਾਰ ਕੀਤਾ ਉੱਥੇ ਰਕਾਬਗੰਜ ਰਕਾਬਗੰਜ ਉਹ ਪਿੰਡ ਦਾ ਨਾਂ ਰਕਾਬ ਵਾ। ਇਸ ਤਰ੍ਹਾਂ ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬਡੂ ਕਲੂ ਮੇ ਸਾਕਾ। ਕਲਯੁਗ ਦੇ ਵਿੱਚ ਬਹੁਤ ਵੱਡਾ ਸਾਕਾ, ਇੱਕ ਹੁੰਦਾ ਜੰਗ, ਇੱਕ ਹੁੰਦਾ ਸਾਕਾ। ਸਾਕਾ ਸਰਹੰਦ ਵਿੱਚ ਹੋਇਆ ਹੈ, ਚਮਕੌਰ ਵਿੱਚ ਸਾਕਾ ਨਹੀਂ ਹੋਇਆ। ਚਮਕੌਰ ਵਿੱਚ ਜੰਗ ਹੋਈ ਆ। ਕਈ ਕਹਿੰਦੇ ਚਮਕੌਰ ਦਾ ਸਾਕਾ, ਚਮਕੌਰ ਦਾ ਸਾਕਾ ਨਹੀਂ ਹੈ, ਚਮਕੌਰ ਦੀ ਜੰਗ ਵਾ। ਸਾਕਾ ਸਰਹੰਦ ਵਾ। ਸਾਕਾ ਮੰਨਿਆ ਸ਼ਾਂਤ ਰਹਿ ਕੇ ਜ਼ੁਲਮ ਨੂੰ ਸਹਾਰਨਾ ਤੇ ਸ਼ਹੀਦ ਹੋ ਜਾਣਾ, ਇਹਨੂੰ ਕਹਿੰਦੇ ਸਾਕਾ ਵਰਤਾਉਣਾ। ਕੀਨੋ ਵੱਡੂ ਕਲੂ ਸਾਕਾ, ਬਹੁਤ ਵੱਡਾ ਸਾਕਾ ਕੀਤਾ ਧੰਨ ਗੁਰੂ ਤੇਗ ਬਹਾਦਰ ਵਰਗੀ ਸ਼ਾਂਤੀ। ਵਾਹ ਵਾਹ ਵਾਹ, ਏਡਾ ਵੱਡਾ ਭਾਣਾ ਸਾਹਮਣੇ ਵਾਪਰ ਰਿਹਾ ਹੈ। ਮਤੀ ਦਾਸ ਸਤੀ ਦਾਸ ਭਾਈ ਦਿਆਲਾ ਨੂੰ ਦੇਗ ਚ ਬਾਲਿਆ ਗਿਆ ਹੈ ਤੇ ਹਾਹਾਕਾਰ ਮਚੀ ਹੋਈ ਹੈ, ਤੇ ਫੇਰ ਵੀ ਧੰਨ ਗੁਰੂ ਤੇਗ ਬਹਾਦਰ ਸ਼ਾਂਤ ਬੈਠੇ ਹੋਏ ਨੇ। ਇਹਨੂੰ ਕਹਿੰਦੇ ਸਾਕਾ। ਧੰਨ ਗੁਰੂ ਤੇਗ ਬਹਾਦਰ ਵਰਗੀ ਸ਼ਾਂਤੀ ਕਿਸੇ ਕੋ ਨਹੀਂ ਹੋਣੀ। ਜੇ ਵੈਰੀਆਂ ਨੇ ਗੋਲੀ ਚਲਾਈ ਬਾਬੇ ਬਕਾਲੇ, ਤੇ ਏਡੇ ਸ਼ਾਂਤ ਨੇ ਧੰਨ ਗੁਰੂ ਤੇਗ ਬਹਾਦਰ ਜੀ। ਭਲੇ ਤੀਰ ਮਲ ਭਲੇ, ਭਲੇ ਤੀਰ ਮਲ ਭਲੇ। ਤੇਰਾ ਭਲਾ ਹੋਵੇ ਭਾਈ। ਅੰਦਰ ਅੱਗ ਹੀ ਨਹੀਂ ਹੈ, ਅੰਦਰ ਕ੍ਰੋਧ ਹੀ ਨਹੀਂ ਹੈ, ਤੇ ਅੰਦਰੋਂ ਕੌੜਾ ਬਚਨ ਕਿੱਥੋਂ ਨਿਕਲੂਗਾ। ਨਿੰਮ ਨੂੰ ਘੋਟੋ ਤੇ ਮਿੱਠਾ ਕਿੱਥੋਂ ਨਿਕਲੂਗਾ। ਹਾਂਜੀ, ਚੰਦਨ ਨੂੰ ਰਗੜੋ ਤੇ ਦੁਗੰਧੀ ਕਿੱਥੋਂ ਆਏਗੀ, ਸੁਗੰਧੀ ਆਏਗੀ। ਜੋ ਅੰਦਰ ਹੋਗੀ ਸੋ ਹੀ ਨਿਕਲੇਗਾ ਨਾ। ਅੰਦਰੋਂ ਇੰਨੇ ਸ਼ਾਂਤ ਨੇ ਧੰਨ ਗੁਰੂ ਤੇਗ ਬਹਾਦਰ, ਤਾਂ ਉਹਨੂੰ ਕਹਿੰਦੇ ਸਾਕਾ ਵਰਤਾਇਆ। ਕੀਨੋ ਵੱਡੂ ਕਲੂ ਮੇ ਸਾਕਾ, ਸਾਜਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸੀਸ ਦੇਤਾ ਪਰ ਸੀ ਨਹੀਂ ਕਿਹਾ ਮਾਰ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਰਹਿਮਤਾਂ ਕਰਨ, ਸਾਨੂੰ ਵੀ ਸੱਚੇ ਪਾਤਸ਼ਾਹ ਆਪਣਾ ਪਿਆਰ ਬਖਸ਼ਣ, ਚਰਨਾਂ ਨਾਲ ਲਾਉ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਉ ਨਾਮ ਫਿਰ ਕਿਸ ਨਹੀਂ ਸੁਪਨੇ ਜੋ ਸੰਸਾਰ। ਸਾਰਿਆਂ ਤੁਰ ਜਾਣਾ, ਕਿਸੇ ਨੇ ਨਹੀਂ ਰਹਿਣਾ। ਪਰ ਜਿਹੜੇ ਧਰਮ ਕਮਾ ਕੇ ਜਾਣਗੇ ਉਹ ਥਾਂ ਪੈ ਜਾਣਗੇ, ਤੇ ਜਿਹੜੇ ਅਵਗਤ ਮਰਨਗੇ ਫਿਰ ਆਪ ਵੀ ਤੰਗ ਹੋਣਗੇ, ਤੇ ਆਂਢੀਆਂ ਗੁਆਂਢੀਆਂ ਨੂੰ ਤੰਗ ਕਰਨਗੇ। ਤੇ ਧਰ ਪਿਆ ਧਰਮ ਨਾ ਛੋਡੀਏ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਧਰਤੀ ਤੇ ਪੈ ਜਾਓ ਪਰ ਧਰਮ ਨਾ ਛੱਡਿਓ ਜੀ। ਮਾਰੇ ਕਿਰਪਾ ਕਰਨ ਧੰਨ ਗੁਰੂ ਤੇਗ ਬਹਾਦਰ ਰਹਿਮਤਾਂ ਹੀ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।